Felicidade, para mim, assim, naquela que fica com o pai, que tem os que se pode chuquear, ਤੇ ਸੋਹਣਾ ਨੀਂਦ ਦਿੱਤੀ, ਸੋਹਣਾ ਉਠਾਇਆ, ਤੁਹਾਡੇ ਸਾਹਮਣੇ ਉਹਨੇ ਸੋਹਣਾ ਕੰਮਕਾਰ ਕਰਵਾਇਆ ਤੇ ਲਿਆ ਬਿਠਾਇਆ। ਅਸੀਂ ਅੱਜ ਬਾਈਬਲ ਸਟੱਡੀ ਦੇ ਵਿੱਚ ਪਹੁੰਚੇ ਹੈਗੇ ਆ ਪੈਦਾਇਸ਼ ਦੇ 27ਵੇਂ ਚੈਪਟਰ ਤੇ। ਅਸੀਂ ਅੱਜ ਦੇ ਵਿੱਚ ਯਾਕੂਬ ਦਾ ਧੋਖਾ ਜਿਹੜਾ ਉਹ ਬਿਆਨ ਕਰਨਾ ਹੈ ਤੇ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਣਾ ਅੱਜ ਦੇ ਸਮੇਂ ਦੇ ਵਿੱਚ। 27 ਤਾਂ ਇਹ ਹੋਇਆ ਇਸਹਾਕ ਬਿਰਧ ਅਵਸਥਾ ਵਿੱਚ ਪੁੱਜਿਆ, ਉਹਦੀਆਂ ਅੱਖਾਂ ਧੁੰਦਲਾ ਗਈਆਂ ਤੇ ਉਹ ਵੇਖ ਨਹੀਂ ਸਕਦਾ। ਉਹਨੇ ਆਪਣੇ ਵੱਡੇ ਪੁੱਤਰ ਏਸਾਊ ਨੂੰ ਸੱਦ ਕੇ ਕਿਹਾ ਕਿ ਮੇਰੇ ਬੱਚੇ, ਤੇ ਜੀ ਮੈਂ ਹਾਜ਼ਰ ਹਾਂ। ਉਸਨੇ ਕਿਹਾ ਵੇਖ ਮੈਂ ਤਾਂ ਬਿਰਧ ਹਾਂ ਤੇ ਆਪਣੀ ਮੌਤ ਦੇ ਦਿਨ ਨੇੜੇ ਜਾਣਦਾ ਹਾਂ, ਪਰ ਹੁਣ ਤੂੰ ਆਪਣੇ ਸ਼ਸਤਰ ਅਰਥਾਤ ਧਨਕ ਤੇ ਤਰਕਸ਼ ਲੈ ਲੈ ਤੇ ਰਣ ਵਿੱਚ ਜਾ ਕੇ ਮੇਰੇ ਲਈ ਸ਼ਿਕਾਰ ਮਾਰ ਤੇ ਮੇਰੇ ਲਈ ਇੱਕ ਸਵਾਦਲਾ ਜਿਹਾ ਭੋਜਨ ਤਿਆਰ ਕਰ ਜਿਹੜਾ ਮੈਨੂੰ ਚੰਗਾ ਲੱਗਦਾ ਹੈ ਤੇ ਮੇਰੇ ਅੱਗੇ ਪਰੋਸ ਤਾਂ ਜੋ ਮੈਂ ਖਾਵਾਂ ਤੇ ਮੇਰਾ ਜੀ ਮਰਨ ਤੋਂ ਪਹਿਲਾਂ ਤੈਨੂੰ ਬਰਕਤ ਦੇ। ਇਸਹਾਕ ਆਪਣੇ ਪੁੱਤਰ ਏਸਾਊ ਨਾਲ ਹਜੇ ਬੋਲਦਾ ਹੀ ਸੀ ਤੇ ਰਿਬਕਾ ਨੇ ਵੀ ਸੁਣ ਲਿਆ। ਤੇ ਰਿਬਕਾ ਨੇ ਏਸਾਊ ਜਦੋਂ ਰਣ ਵੱਲ ਚਲਿਆ ਗਿਆ ਤਾਂ ਉਸ ਪਿੱਛੋਂ ਸ਼ਿਕਾਰ ਮਾਰ ਕੇ ਇਸ ਤੋਂ ਪਹਿਲਾਂ ਕਿ ਉਹ ਲੈ ਕੇ ਆਵੇ ਆਪਣੇ ਪੁੱਤਰ ਯਾਕੂਬ ਨੂੰ ਕਿ ਵੇਖ ਮੈਂ ਤੇਰੇ ਪਿਤਾ ਨੂੰ ਸੁਣ ਲਿਆ, ਉਹ ਤੇਰੇ ਭਰਾ ਏਸਾਊ ਨੇ ਬੋਲਿਆ ਕਿ ਮੇਰੇ ਲਈ ਸ਼ਿਕਾਰ ਲਿਆ ਤੇ ਮੈਂ ਸਵਾਦਲਾ ਜਿਹਾ ਭੋਜਨ ਤਿਆਰ ਕਰਾਂ ਤੇ ਖਾਵਾਂ ਤੇ ਤੈਨੂੰ ਯਹੋਵਾ ਦੇ ਸਨਮੁਖ ਆਪਣੀ ਮੌਤ ਤੋਂ ਪਹਿਲਾਂ ਬਰਕਤ ਦੇਵਾਂ। ਹੁਣ ਇਹ ਮੇਰੇ ਪੁੱਤਰ ਤੂੰ ਮੇਰੀ ਗੱਲ ਸੁਣ, ਜਿਸ ਤਰ੍ਹਾਂ ਮੈਂ ਤੈਨੂੰ ਕਹਿੰਦੀ ਆ ਉਦਾਂ ਕਰ। ਇੱਜੜ ਵਿੱਚ ਜਾ ਕੇ ਉੱਥੋਂ ਮੇਰੇ ਲਈ ਇੱਕ ਬੱਕਰੀ ਦੇ ਚੰਗੇ ਜਿਹੇ ਮੇਮਣੇ ਲਿਆ ਦੇ ਤਾਂ ਕਿ ਮੈਂ ਉਹਨੂੰ ਸਵਾਦਲਾ ਜਿਹਾ ਭੋਜਨ ਤੇਰੇ ਪਿਓ ਲਈ ਜਿੱਦਾਂ ਦਾ ਉਹਨੂੰ ਚੰਗਾ ਲੱਗਦਾ ਉਹਦੇ ਮੁਤਾਬਕ ਤਿਆਰ ਕਰਾਂ। ਤੂੰ ਆਪਣੇ ਪਿਤਾ ਕੋਲ ਲੈ ਜਾਵੇ ਤੇ ਉਹਨੂੰ ਆਪਣੀ ਮੌਤ ਤੋਂ ਪਹਿਲਾਂ ਦੇ ਦੇਵੇ ਤੇ ਜਦੋਂ ਉਹ ਤੈਨੂੰ ਬਰਕਤ ਦੇਵੇ ਆਪਣੀ ਮੌਤ ਤੋਂ ਪਹਿਲਾਂ ਤਾਂ ਤੈਨੂੰ ਬਰਕਤ ਮਿਲੇ। ਯਾਕੂਬ ਨੇ ਆਪਣੀ ਮਾਤਾ ਰਿਬਕਾ ਨੂੰ ਕਿਹਾ ਵੇਖ ਮੇਰਾ ਭਰਾ ਏਸਾਊ ਚਤੋਲਾ ਹੈ, ਉਹਦੇ ਜੱਟ ਹੈ ਤੇ ਮੈਂ ਰੋਣਗੀਣ ਮਨੁੱਖ ਹੈ ਤੇ ਸ਼ਾਇਦ ਮੇਰਾ ਪਿਤਾ ਮੈਨੂੰ ਟੋਹ ਵੇਖ ਤੇ ਉਹਦੀਆਂ ਅੱਖਾਂ ਵਿੱਚ ਮੈਂ ਧੋਖੇਬਾਜ਼ ਠਹਿਰੂੰਗਾ ਤੇ ਮੈਂ ਆਪਣੇ ਤੋਂ ਬਰਕਤ ਨਹੀਂ ਸੇ ਸ਼ਰਾਪ ਲੈ ਲੂੰਗਾ। ਉਹਦੀ ਮਾਤਾ ਨੇ ਉਹਨੂੰ ਕਿਹਾ ਤੇਰਾ ਸ਼ਰਾਪ ਮੇਰੇ ਤੇ ਆਵੇ ਪੁੱਤਰ, ਤੂੰ ਕੇਵਲ ਮੇਰੀ ਗੱਲ ਸੁਣ ਤੇ ਜਾ ਕੇ ਮੇਰੇ ਲਈ 2 ਮੇਮਣੇ ਲਿਆ। ਉਸਨੇ ਜਾ ਕੇ ਉਹਨਾਂ ਨੂੰ ਫੜਿਆ ਤੇ ਆਪਣੀ ਮਾਤਾ ਕੋਲ ਲੈ ਆਇਆ। ਉਸਦੀ ਮਾਤਾ ਨੇ ਸਵਾਦਲਾ ਭੋਜਨ ਬਣਾਇਆ ਜਿੱਦਾਂ ਦਾ ਉਹਦੇ ਪਿਓ ਨੂੰ ਚੰਗਾ ਲੱਗਦਾ ਸੀ, ਤਿਆਰ ਕੀਤਾ ਤੇ ਰਿਬਕਾ ਨੇ ਆਪਣੇ ਵੱਡੇ ਪੁੱਤਰ ਏਸਾਊ ਨੂੰ ਰੱਖਵੇਂ ਬਸਤਰ ਜਿਹੜੇ ਘਰ ਵਿੱਚ ਉਸ ਵੇਲੇ ਉਹਦੇ ਕੋਲੇ ਸਨ ਆਪਣੇ ਨਿੱਕੇ ਪੁੱਤਰ ਯਾਕੂਬ ਨੂੰ ਪਵਾਏ ਤੇ ਮੇਮਣੇ ਦੀਆਂ ਖੱਲਾਂ ਉਹਦੇ ਹੱਥਾਂ ਤੇ ਉਹਦੀ ਰੋਹ ਵਿਹੀਨ ਧੌਣ ਦੇ ਉੱਤੇ ਭੇਟ ਦਿੱਤੀਆਂ, ਜੋੜ ਦਿੱਤੀਆਂ ਤੇ ਉਹਨੇ ਸਵਾਦਲਾ ਭੋਜਨ ਤੇ ਰੋਟੀ ਜਿਸ ਨੂੰ ਉਸਨੇ ਤਿਆਰ ਕੀਤਾ ਸੀ ਆਪਣੇ ਪੁੱਤਰ ਯਾਕੂਬ ਦੇ ਹੱਥ ਵਿੱਚ ਉਸਨੂੰ ਭੇਜ ਦਿੱਤਾ। ਉਸਨੇ ਆਪਣੇ ਪਿਤਾ ਕੋਲ ਜਾ ਕੇ ਕਿਹਾ ਪਿਤਾ ਜੀ, ਕੀ ਗੱਲ ਹੈ, ਤੂੰ ਕੌਣ ਹੈ? ਮੇਰੇ ਪੁੱਤਰ ਯਾਕੂਬ ਨੇ ਆਪਣੇ ਪਿਤਾ ਨੂੰ ਕਿਹਾ ਮੈਂ ਏਸਾਊ ਤੁਹਾਡਾ ਪਲੋਠਾ ਪੁੱਤਰ, ਮੈਂ ਉਵੇਂ ਕੀਤੀ ਜਿਵੇਂ ਤੁਸੀਂ ਮੈਨੂੰ ਬੋਲੇ। ਉੱਠ ਬੈਠੋ ਤੇ ਮੇਰੇ ਸ਼ਿਕਾਰ ਤੋਂ ਖਾਓ ਤਾਂ ਕਿ ਤੁਹਾਡਾ ਜੀਵ ਮੈਨੂੰ ਬਰਕਤ ਦੇਵੇ। ਇਸਹਾਕ ਨੇ ਆਪਣੇ ਪੁੱਤਰ ਨੂੰ ਆਖਿਆ ਕਿੱਕਣ ਤੈਨੂੰ ਇੰਨੀ ਸ਼ਤਾਬੀ ਇਹ ਲੱਭ ਗਿਆ ਮੇਰੇ ਪੁੱਤਰ? ਤਾਂ ਉਸਨੇ ਆਖਿਆ ਯਹੋਵਾ ਤੁਹਾਡੇ ਪਰਮੇਸ਼ਰ ਨੇ ਉਹਨੂੰ ਮੇਰੇ ਅੱਗੇ ਲਾ ਦਿੱਤਾ ਤੇ ਮੈਨੂੰ ਮਿਲ ਗਿਆ। ਤੇ ਇਸਹਾਕ ਨੇ ਯਾਕੂਬ ਨੂੰ ਆਖਿਆ ਮੇਰੇ ਪੁੱਤਰ ਮੇਰੇ ਨੇੜੇ ਆ ਤਾਂ ਜੋ ਮੈਂ ਤੈਨੂੰ ਕਹਾਂ ਵੀ ਤੂੰ ਮੇਰਾ ਪੁੱਤਰ ਏਸਾਊ ਹੈ ਨਹੀਂ ਕਿ ਨਹੀਂ। ਯਾਕੂਬ ਨੇ ਆਪਣੇ ਪਿਤਾ ਇਸਹਾਕ ਕੋਲ ਜਾ ਕੇ ਆਪਣਾ ਆਪ ਉਸਨੂੰ ਦਿਖਾਇਆ ਤੇ ਉਹਨੇ ਟੋਹ ਕੇ ਉਹਨੂੰ ਕਿਹਾ ਤੇਰੀ ਆਵਾਜ਼ ਤਾਂ ਹੁੰਦੀ ਹੈ ਪਰ ਤੇਰੇ ਹੱਥ ਏਸਾਊ ਦੇ। ਉਸਨੂੰ ਨਾ ਪਛਾਣਿਆ ਤੇ ਉਹਦੇ ਹੱਥ ਉਹਦੇ ਭਰਾ ਉਸਨੂੰ ਲੱਗੇ ਜੱਤ ਵਾਲੇ ਆਪਣੇ ਤੁਸੀਂ ਉਸਨੂੰ ਬਰਕਤ ਦਿੱਤੀ। ਉਹਨੇ ਕਿਹਾ ਤੂੰ ਸੱਚਮੁੱਚ ਮੇਰਾ ਪੁੱਤਰ ਏਸਾਊ ਹੀ ਹੈ, ਕੀ ਤੂੰ ਸੱਚਮੁੱਚ ਉਹੀ ਹੈ? ਤਾਂ ਉਸਨੇ ਕਿਹਾ ਹਾਂ ਜੀ ਮੈਂ ਉਹੀ ਹਾਂ। ਉਸਨੇ ਕਿਹਾ ਉਹਨੂੰ ਮੇਰੇ ਨੇੜੇ ਲਿਆ ਵੀ ਮੈਂ ਆਪਣੇ ਪੁੱਤ ਦੇ ਸ਼ਿਕਾਰ ਵਿੱਚੋਂ ਫਿਰ ਖਾਵਾਂ ਜਿਹੜਾ ਕੁਛ ਤੂੰ ਮੇਰੇ ਲਈ ਬਣਾਇਆ ਤਾਂ ਮੇਰਾ ਜੀ ਤੈਨੂੰ ਬਰਕਤ ਦੇਵੇ। ਤਾਂ ਉਹ ਉਸਦੇ ਕੋਲ ਲੈ ਕੇ ਗਿਆ, ਉਸਨੇ ਖਾਧਾ, ਉਸਨੇ ਮੱਧ ਵੀ ਲਿਆ ਜੋ ਉਸਨੇ ਪੀਤੀ। ਉਸਨੇ ਪਿਤਾ ਏਸਾਊ ਵਿੱਚ ਰੱਖਿਆ ਮੇਰੇ ਨੇੜੇ ਆ ਕੇ ਮੈਨੂੰ ਚੁੰਮ ਮੇਰੇ ਪੁੱਤਰ। ਉਸਨੇ ਨੇੜੇ ਜਾ ਕੇ ਉਹਨੂੰ ਚੁੰਮਿਆ ਤਾਂ ਉਸਨੇ ਬਸਤਰ ਦੀ ਵਾਸ਼ਨਾ ਸੁੰਘੀ ਜੋ ਉਸਨੂੰ ਬਰਕਤ ਦਿੱਤੀ। ਫਿਰ ਉਸਨੇ ਆਖਿਆ ਵੇਖ ਮੇਰੀ ਦੀ ਵਾਸ਼ਨਾ ਉਸ ਖੇਤ ਦੀ ਵਾਸ਼ਨਾ ਵਰਗੀ ਹੈ ਜਿਸਨੂੰ ਯਹੋਵਾ ਨੇ ਬਰਕਤ ਦਿੱਤੀ ਹੋਵੇ। ਪਰਮੇਸ਼ਰ ਤੈਨੂੰ ਆਕਾਸ਼ ਦੀ ਤਰੇਲ ਤੋਂ, ਧਰਤੀ ਦੀ ਚਿਕਨਾਈ ਤੋਂ ਤੇ ਅਨਾਜ ਔਰ ਦਾਖਰਸ ਦੀ ਬਹੁਤਾਇਤ ਤੋਂ ਬਰਕਤ ਦੇਵੇ। ਕੌਮਾਂ ਤੇਰੀ ਤਿਆਰ ਕਰ ਤੂੰ ਤੇਰੇ ਅੱਗੇ ਝੁਕਣ, ਤੂੰ ਆਪਣੇ ਭਰਾਵਾਂ ਦਾ ਸਰਦਾਰ ਹੋਵੇ। ਤੇਰੀ ਮਾਤਾ ਦੇ ਪੁੱਤਰ ਤੇਰੇ ਅੱਗੇ ਝੁਕਣ, ਜਿਹੜਾ ਤੈਨੂੰ ਸ਼ਰਾਪ ਦੇਵੇ ਅਕਸ਼ਰਾ ਪੈ ਜਾਵੇ, ਜਿਹੜਾ ਤੈਨੂੰ ਬਰਕਤ ਦੇਵੇ ਮੁਬਾਰਕ ਹੋਵੇ। ਤੇ ਉਹ ਹੋਇਆ ਕਿ ਜਦੋਂ ਇਸਹਾਕ ਯਾਕੂਬ ਦੇ ਨੂੰ ਬਰਕਤ ਦੇ ਚੁੱਕਿਆ ਤੇ ਯਾਕੂਬ ਨੇ ਆਪਣੇ ਪਿਤਾ ਇਸਹਾਕ ਕੋਲੋਂ ਬਾਹਰ ਨਿਕਲਣ ਤੇ ਉਸਦੇ ਭਰਾ ਨੂੰ ਦੇਖਿਆ ਜੋ ਕਿ ਏਸਾਊ ਸ਼ਿਕਾਰ ਤੋਂ ਭਗਤ ਆਇਆ। ਉਸਨੇ ਵੀ ਸਵਾਦਲਾ ਭੋਜਨ ਤਿਆਰ ਕੀਤਾ ਆਪਣੇ ਪਿਤਾ ਕੋਲ ਲੈ ਕੇ ਆਉਣ ਵਾਸਤੇ
उसने अपने पिता के कोल अपना भोजन तैयार किया हुआ लिया ते क्या पिता जी उठो अपने पुत्र के शिकार चो खाओ ताकि तुहाडा जी मैनू बरकत दे। उसके पिता इसहाक ने उन्होंने कहा तू कौन है? तो उसने कहा मैं तुहाडा पलोठा पुत्र एसाव। तो इसहाक ने अत्यंत थर थर कंबदे होए कहा फिर वो कौन सी जिहड़ा शिकार मार के मेरे कोल पे? तो उसके पिता ने कहा कि तेरा भरा धोखे नाल तेरी बरकत ले कहते ठीक ही ओदा नाम फिर याकूब धोखेबाज नहीं सी रखा गया क्योंकि हुण दूजी बार उसने मेरे नाल धोखा किया। ऐसा होए करके रोया उसने पलोठी दा हक भी ले लिया मेरी बरकत भी ले ली ते तुसी तुहाडे कोल इक्को ही बरकत सीगी तुसी मेरे लिए कोई बरकत नहीं रखी। इसहाक ने अपने पिता नूं उत्तर दिता वेख मैं उन्होंने तेरा सरदार ठहराया तेरे सारे भरावां नूं उसदी सेवा लई दे दिता ते अनाज दाखरस उसने दिती हुण मेरे पुत्र तेरे लिए मैं की करा। ईसाऊ ने अपने पुत्र नूं आख्या मेरे पिता जी कि तुहाडे कोल इक्को ही बरकत सी ये मेरे पिता मैनूं भी बरकत। ईसाऊ उच्ची उच्ची बच्चे की तरह भुब्बा मार मार के रोना शुरू कर लिया ते इसहाक ने उन्होंने यह उत्तर दिता वेख धरती दी चिकनाई ते आकाश दी तलहट हो गए तू अपनी तेग नाल जोग ਅਤੇ ਆਪਣੇ ਭਰਾ ਦੇ ਟਹਿਲ ਕਰੇਗਾ ਇਹ ਹੋਵੇਗਾ ਕਿ ਜੇ ਤੂੰ ਵਾਰਾ ਫਿਰੇਗਾ ਤਾਂ ਉਹਦਾ ਜੂਲਾ ਆਪਣੇ ਧੌਣ ਤੋਂ ਭੰਨ ਸੁੱਟੇਗਾ। ईसाऊ ने याकूब नाल बरकत दी कारण ਜਿਹੜੇ ਉਸਦੇ ਪਿਤਾ ਨੇ ਦਿੱਤੀ ਸੀ ਬਹੁਤ ਵੈਰ ਕੀਤਾ ਵੈਰ ਰੱਖਿਆ ਤੇ ईसाऊ ने ਆਪਣੇ ਮਨ ਚ ਆਖਿਆ ਮੇਰੇ ਪਿਤਾ ਦੇ ਸੋਨੇ ਦੇ ਨੇੜੇ ਹਨ ਫਿਰ ਮੈਂ ਆਪਣੇ ਭਰਾ याकूब ਨੂੰ ਜ਼ਰੂਰ ਮਾਰ ਸੁੱਟਣਾ। ਉਪਰੰਤ ਰਿਬਕਾ ਨੂੰ ਉਸਦੇ ਵੱਡੇ ਪੁੱਤਰ ईसाऊ ਦੀਆਂ ਗੱਲਾਂ ਪਤਾ ਲੱਗੀਆਂ ਤਾਂ ਉਸਨੇ ਆਪਣੇ ਨਿੱਕੇ ਪੁੱਤਰ याकूब ਕੋਲ ਜਾ ਕੇ जैसे आखिया कि वो तेरा भरा दिंदा है कि तेन मार सुटेगा पर तू पुत्र मेरी गल सुन ध्यान नाल उठ ते मेरे भरा लबान कोल हरान भज जा थोड़े जे दिन ओदे कोल रह जदों तक तेरे भरा दा क्रोध ठंडा ना हो जाए जब तक तेरे भरा दा क्रोध इत्थों हट ना जाए जो कुछ ते उसने कीता है वो भुल ना जाए तद तक मैं तेन उथों नहीं सदांगी क्योंकि इक्को दिहाड़े में तुसीं दोवां नूं क्यों गवा बैठा। रिबका ने इसहाक नूं कहा मैं हेठ दी धीआं विचों जी विच अक गई हां जे याकूब दी धीआं विचों अजिही औरत कोई अपने वास्ते करे जिवें इस देश दी धीआं हन तां फिर मैं किवें जिउंदी रहांगी। सो असीं दे विच बहुत ही इंटरस्टिंग जिहड़ी चीज़ है वो देखी आ असीं धोखा देखिआ आ असीं इत्थे मां दा फिर बड़ा जिहड़ा नहीं मां दा वतीरा देखिआ जिहड़ा कि मां ने अपने लाड़े नाल कितनी गलत चीज़ की सी भी देखी पर असीं इत्थे दे विच खुदा दी मर्जी भी देखी है कि खुदा ने ईसाऊ नूं जिहड़ी वो बरकत नहीं दित्ती देनी सी एंड उसने उसकी मां नूं इस्तेमाल कीता क्योंकि उन्हें बिगिनिंग तो उन्होंने कह दित्ता सी कि तेरी पेट दे विच दो कौमां जिहड़ियां वो भुलदियां पर खुदा दा की आही तरीका सीगा कि वो अपने भरा नूं वो बरकत दिओ दुआवे। इत्थे सानूं ਇੱਥੇ ਸਭ ਨੂੰ ਰਿਬਕਾ ਦਾ ਕਾਲਾਪਣ ਨਜ਼ਰ ਆਉਂਦਾ ਹੈ। ਅਸੀਂ ਇੱਥੇ ਇਹਦੇ ਵਿੱਚ ਦੇਖਿਆ ਹੈ ਕਿ ਮਤਲਬ ਇੱਥੇ ਬਾਅਦ ਵਿੱਚ ਅਸੀਂ ਇਹ ਵੀ ਦੇਖਣਾ ਕਿ ਉਹਨੂੰ ਉਸ ਧੋਖੇ ਦੇ ਕਾਰਨ ਉਹਨੂੰ ਅੱਗੇ ਕਿਉਂਕਿ ਜਿਹੜਾ ਬੀਜ ਉਹਨੇ ਧੋਖੇ ਦਾ ਬੀਜਿਆ ਆ ਉਹਦੇ ਵਿੱਚ ਉਹਨੂੰ ਧੋਖਾ ਵੱਢਣਾ ਆ ਕਿਉਂਕਿ ਜਿਸ ਤਰ੍ਹਾਂ ਅਸੀਂ ਡਿਸਕਸ ਕਰਦੇ ਆ ਰਹੇ ਹਾਂ ਅੱਜ ਤੱਕ ਕਿ ਅਸੀਂ ਬੀਜ ਜਿਹੜੇ ਆ ਅਸੀਂ ਹਰ ਰੋਜ਼ ਇੱਕ ਨਾ ਇੱਕ ਬੀਜ ਬੀਜਦੇ ਹਾਂ ਹਨਾ ਐਂਡ ਇੱਥੇ ਜਿਹੜਾ ਡਿਸੈਪਸ਼ਨ ਦਾ ਬੀਜ ਹੈ ਧੋਖੇ ਦਾ ਉਹਨੇ ਉਹ ਜ਼ਰੂਰ ਵੱਢਣਾ ਉਹ ਫਲ ਜ਼ਰੂਰ ਉਹਨੇ ਉਹਦਾ ਹੀ ਕੱਟਣਾ ਉਹਦਾ ਹੀ ਚੱਕਣਾ ਹੈ। पर इत्थे असीं देखदे कि ईसाऊ नूं जदों सद्दिया गया ईसाऊ ने जिहड़ा अपनी सुस्ती दा जिहड़ा बीज आ वो भी उन्हें कट्टिया क्योंकि सब तो पहला उन्हें ओहदे कोलों मतलब उन्हें कहा सीगा कि मेरे कोलों तू भुख नहीं अपनी सहारी जांदी ते तू की कर मैनूं अपना खाना जिहड़ा मेरे लिए बना के दे ते मेरा पलोठी दा हक ले ला। सो इत्थे ईसाऊ ने अपने हक दी ना कदर करके पहले बेकदरी दा बीज बीज दित्ता कि उन्हें अपने पलोठी के हक नूं तुच्छ जाने जिहड़ा कि खुदा दी नज़र दे विच बहुत बुरा। मैनूं पता मैं पलोठी हां मैनूं पता मैं मेरे पूरे खानदान दी पलोठी हां मेरे नानकियां वल्लों भी मैं वड्डी हां मेरे दादकियां वल्लों भी मैं वड्डी हां एंड मैं मेरे पलोठे होने दा हक चोरी नहीं कीता पर मैनूं खुदा ने दित्ता क्योंकि मेरे जिहड़े ताया जी आ उन्हां दी मेरे तो वड्डा जिहड़ा बच्चा मतलब नहीं कोई भी हैगा। सो मेरे ताया जी दी बेटी जिहड़ी आ वो मेरे नालों
2 ਹਫ਼ਤੇ ਛੋਟੀ ਆ, ਸੋ ਪੂਰੇ ਖਾਨਦਾਨ ਦੇ ਵਿੱਚੋਂ ਮੈਂ ਪਲੋਠੀ ਆ। ਤੇ ਕਈ ਵਾਰੀ ਕੀ ਹੁੰਦਾ, ਸਾਰੀ ਜਿਹੜੀ ਬਖਸ਼ਿਸ਼ ਆ ਪਲੋਠੇ ਉੱਤੇ ਵਰਦੀ ਆ। ਖੁਦਾ ਨੇ ਪਲੋਠੇ, ਖੁਦਾ ਵੀ ਯਿਸੂ ਮਸੀਹ ਪਲੋਠੇ ਆ। ਬਾਪ ਨੇ ਮੇਰਾ ਸਾਰਾ ਸਰੀਰ ਰੂਹ ਨਾਲ ਭਰ ਗਿਆ। Praise the Lord. And ਇੱਥੇ ਅਸੀਂ ਕੀ ਦੇਖਦੇ ਹਾਂ ਕਿ ਉਹਨੇ ਆਪਣੇ ਪਲੋਠੇ ਹੁੰਦੇ ਆ ਨੂੰ ਪੁੱਛ ਜਾਣਿਆ, ਹਨਾ। ਐਂਡ ਉਹਨੇ ਜਿਹੜਾ ਬੀਜ ਬੀਜਿਆ ਸੀ ਉਸ ਵੇਲੇ ਆਪਣੀ ਭੁੱਖ ਦਾ, ਕਿ ਆਪਣੇ ਪਲੋਠੇ ਪਾਣੀ ਦੇ ਹੱਕ ਨੂੰ ਵੇਚ ਕੇ ਉਹਨੇ ਆਪਣੀ ਭੁੱਖ ਦਾ ਇਲਾਜ ਖਰੀਦ ਲਿਆ। ਅੱਜ ਉਸੇ ਬੀਜ ਦਾ ਫਲ ਨੂੰ ਖਾਣਾ ਪੈ ਗਿਆ ਕਿ ਅੱਜ ਉਹਦਾ ਜਿਹੜਾ ਹੈਗਾ, ਅਸੀਂ ਇੱਥੇ ਦੇਖਿਆ ਕਿ ਮਤਲਬ ਉਹਦਾ ਭਰਾ ਉਹਨੂੰ, ਉਹਦੀ ਮਾਂ ਨੂੰ ਇਸਤੇਮਾਲ ਕੀਤਾ ਗਿਆ ਕਿ ਉਹਦੇ ਭਰਾ ਨੇ, ਹਾਲਾਂਕਿ ਉਹਦੇ ਭਰਾ ਦਾ ਦਿਲ ਨਹੀਂ ਸੀ ਬਿਲਕੁਲ ਕਰਦਾ। ਉਹ ਕਹਿੰਦਾ ਸੀਗਾ ਕਿ ਮਤਲਬ ਮੈਨੂੰ ਸ਼ਰਾਬ ਨਾ ਮਿਲੂਗਾ ਜੇ, ਜਦੋਂ ਉਹਨੂੰ ਪਤਾ ਲੱਗ ਗਿਆ। ਪਰ ਉਹਦੀ ਮਾਂ ਨੇ ਉਹਦੀ ਮਦਦ ਕੀਤੀ ਆ ਕਿ ਉਹਨੂੰ, ਉਹ ਕਹਿੰਦੀ ਤੇਰਾ ਸ਼ਰਾਬ ਮੈਂ ਆਪਣੇ ਤੇ ਲੈਣੀ ਆ। ਇਹ ਚੀਜ਼ ਅਸੀਂ ਦੇਖਿਆ ਕਿ ਮਤਲਬ ਬੇਸ਼ੱਕ ਉਹਨੇ ਕਿਹਾ, ਪਰ ਇਹਦੇ ਚ ਅਸੀਂ ਗਾਂ ਜਾ ਕੇ ਦੇਖਣਾ ਅਗਲੇ ਚੈਪਟਰਸ ਦੇ ਵਿੱਚ ਕਿ ਉਹਨੇ ਉਸ ਧੋਖੇ ਦਾ ਜਿਹੜਾ ਕਿਸ ਤਰੀਕੇ ਦੇ ਨਾਲ ਉਹਨੂੰ ਵੀ ਉਹਦਾ ਇਨਸਾਨਾ ਭਰਨਾ ਪਿਆ। ਪਰ ਅਸੀਂ ਇੱਥੇ ਦੇਖਦੇ ਕਿ ਰੇਬਕਾ ਨੇ ਦੋਨੋਂ ਪੁੱਤਰਾਂ ਨੂੰ ਜੋੜਿਆਂ ਨੂੰ ਜਨਮ ਦਿੱਤਾ ਹੈ। ਤਾਂ ਉਹਨਾਂ ਦੇ ਵਿੱਚ ਇੱਕੋ ਫਰਕ ਕਿਸ ਤਰ੍ਹਾਂ ਹੈ, ਖੁਦਾ ਨੇ ਉਹਨੂੰ ਬਿਗਿਨਿੰਗ 'ਚ ਹੀ ਦੱਸ ਦਿੱਤਾ ਹੈ ਕਿ ਇੱਕ ਨੇ ਦੂਸਰੇ ਦੇ ਖਿਲਾਫ ਹੋਣਾ। ਐਂਡ ਇੱਥੇ ਦੇਖੋ ਮਾਂ ਵੀ, ਕਈ ਵਾਰੀ ਸਾਨੂੰ ਸਾਡੇ ਇੱਕ ਹੋਰ ਸਵਾਲ ਦਾ ਜਵਾਬ ਮਿਲਦਾ, ਅਸੀਂ ਬੜੀ ਜਲਦੀ ਮਾਂ ਦੇ ਉੱਤੇ ਮਤਲਬ ਬਲੇਮ ਦੇ ਦਿੰਦੇ ਹਾਂ। ਤੇ ਮਾਂ ਮਤਲਬ ਮੈਨੂੰ ਤਾਂ ਇੱਕ ਕਹਾਣਾ ਯਾਦ ਆਉਂਦਾ ਕਿ ਮਾਂ ਨੇ ਜਾਏ 5 ਪੁੱਤ ਕਰਮ ਨਾ ਦਿੱਤੇ ਵੰਡ। ਮਾਂ ਨਾ ਬੱਚਿਆਂ ਦੀ ਜਿਹੜੀ ਪਰਵਰਿਸ਼ ਜਾਂ ਉਹਦਾ, ਤਾਂ ਮਤਲਬ ਇੱਥੇ ਇੱਕ ਬੁੱਕ ਆ ਨੇਚਰ ਐਂਡ ਨਰਚਰ, ਕਿ ਕੁਦਰਤ ਤੇ ਜਿਹੜਾ ਤੁਸੀਂ ਖਾਣ ਨੂੰ ਦੇਣਾ ਉਹਨੂੰ, ਇਸ ਤਰੀਕੇ ਨਾਲ ਤੁਸੀਂ ਉਹਨੂੰ ਸੰਭਾਲਣਾ, ਪਹਿਨਣ ਨੂੰ ਦੇਣਾ ਤੇ ਤੁਸੀਂ ਉਹਨੂੰ ਪਾਲਣਾ। ਪਰ ਅੱਜ ਕੱਲ੍ਹ ਜਿਹੜੀ ਆ ਉਹ ਜ਼ਿਆਦਾ ਅਸੀਂ ਦੇਖ ਰਹੇ ਕਿ ਅੱਜ ਜਿਹੜੀ ਚੀਜ਼ ਜ਼ਿਆਦਾ ਦੇਖਣ ਜਾਂਦੀ ਉਹ ਹੈ ਕਿ ਨੇਚਰ ਐਂਡ ਇਨਵਾਇਰਮੈਂਟ ਜਿਹੜੀ ਕਿ ਜਿਸ ਤਰੀਕੇ 'ਚ ਤੁਸੀਂ ਵੱਡਾ ਹੋ ਰਹੇ ਆ ਨਾ, ਉਹ ਤੁਹਾਡੇ ਤੇ ਬਹੁਤ ਅਸਰ ਛੱਡਦੀ ਆ। ਤੁਸੀਂ ਅੱਜ ਜਿਹੜੀਆਂ ਸ਼ਾਇਦ ਨਾਲੋਂ ਮਿੱਠੀਆਂ ਪੰਜਾਬੀ ਦੀਆਂ ਗੱਲਾਂ ਸੁਣ ਰਹੇ ਆ, ਇਹ ਨਾ ਸੁਣ ਰਹੇ ਹੁੰਦੇ ਜੇ ਮੈਨੂੰ ਉਸ ਇਨਵਾਇਰਮੈਂਟ ਦੇ ਵਿੱਚ ਵੱਡੀ ਨਾ ਕੀਤਾ ਗਿਆ ਹੁੰਦਾ, ਉਸ ਇਨਵਾਇਰਮੈਂਟ ਦੇ ਵਿੱਚ ਪੜ੍ਹਾਇਆ ਨਾ ਗਿਆ ਹੁੰਦਾ, ਉਸ ਇਨਵਾਇਰਮੈਂਟ ਦੇ ਵਿੱਚ ਨਾ ਗਵਾਇਆ ਗਿਆ ਹੁੰਦਾ। ਐਂਡ ਫਿਰ ਮੈਨੂੰ ਉਸ ਇਨਵਾਇਰਮੈਂਟ ਦਾ ਪਿਆਰ ਮੇਰੇ ਅੰਦਰ ਜਿੰਨਾ ਪਾਇਆ ਗਿਆ ਹੁੰਦਾ, ਹਨਾ। ਐਂਡ ਇਸ ਕਰਕੇ ਇਨਵਾਇਰਮੈਂਟ ਜਿਹੜੀ ਆ ਬਹੁਤ ਜ਼ਰੂਰੀ ਆ, ਹਨਾ। ਐਂਡ ਹੁਣ ਜਿਹੜੀ ਇੱਥੋਂ ਦੀ ਇਨਵਾਇਰਮੈਂਟ ਆ, ਬ੍ਰਿਟਿਸ਼ ਇਨਵਾਇਰਮੈਂਟ ਵੀ ਮੇਰੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਇਨਵਾਇਰਮੈਂਟ ਨੂੰ ਵੀ ਮੈਂ ਹੰਡਾਇਆ, ਇਹਦੇ ਵਿੱਚ ਵੀ ਮੈਂ ਆਪਣੀ ਕੁਆਲੀਫਿਕੇਸ਼ਨ ਨੂੰ ਪੂਰਾ ਕੀਤਾ ਹੈ, ਪਾਇਆ, ਇਹਦੇ ਵਿੱਚ ਵੀ ਮੈਂ ਆਪਣਾ ਪਰਿਵਾਰ ਜਿਹੜਾ ਉਹ ਪੈਦਾ ਕੀਤਾ ਹੈ, ਮੇਰਾ ਪਰਿਵਾਰ ਹੈ ਪੂਰਾ। ਇਨਵਾਇਰਮੈਂਟ ਬਹੁਤ ਵੱਡਾ ਅਸਰ ਕਰ ਸਕਦੀ ਹੈ। ਅਸੀਂ ਇਨਵਾਇਰਮੈਂਟ ਜਿਹੜੀ ਆ ਉਹਨੂੰ ਅਸੀਂ ਨੇਚਰ ਤੇ ਨਰਚਰ ਤੋਂ ਨੇਚਰ ਐਂਡ ਇਨਵਾਇਰਮੈਂਟ ਵੱਲ, ਮਤਲਬ ਅੱਜ ਅਸੀਂ ਦੇਖਦੇ ਇਨਵਾਇਰਮੈਂਟ ਕਿਹੜਾ ਪਾਰਟ ਪਲੇ ਕਰਦੀ ਆ। ਪਰ ਇੱਥੇ ਅਸੀਂ ਇਹ ਦੇਖਦੇ ਹਾਂ ਕਿ ਇੱਕ ਜਿਹੜੀ ਪ੍ਰਾਈਸ ਹੈ ਨਾ ਉਹ ਪੇ ਕਰਨੀ ਆ ਤੁਸੀਂ। ਬੇਸ਼ੱਕ ਤੁਸੀਂ ਉਹ ਜਿਹੜੀ ਵੀ ਇਨਵਾਇਰਮੈਂਟ ਦੇ ਤੁਸੀਂ ਚਾਹੁੰਦੇ ਕਿ ਤੁਹਾਡੇ ਤੇ ਅਸਰ ਹੋਵੇ, ਤੁਹਾਨੂੰ ਇੱਕ ਪ੍ਰਾਈਸ ਪੇ ਕਰਕੇ ਉਸ ਇਨਵਾਇਰਮੈਂਟ ਨੂੰ ਲੈਣਾ ਪਏਗਾ, ਤਾਂ ਹੀ ਤੁਹਾਡੇ ਤੇ ਅਸਰ ਹੋਏਗਾ। ਅਦਰਵਾਈਜ਼ ਤੁਸੀਂ ਉਸ ਇਨਵਾਇਰਮੈਂਟ ਦਾ ਫਲ ਨਹੀਂ ਕਦੇ ਚੱਕ ਸਕਦੇ। ਚਲੋ ਇਹ ਚੋਂ ਬਾਹਰ ਨਿਕਲੀਏ। ਅਸੀਂ ਇਹਦੇ ਵਿੱਚ ਅੱਗੇ ਜਾ ਕੇ ਇਹ ਵੀ ਦੇਖਿਆ ਕਿ ਉਹਨੇ ਉਹਦੀ ਬਰਕਤ ਵੀ ਲੈ ਲਈ ਆ, ਉਹਦੀ ਮਾਂ ਨੇ ਉਹਨੂੰ ਸੰਭਾਲ ਵੀ ਲਿਆ ਆ, ਉਹਨੂੰ ਸਮਝਦਾਰੀ ਦੇ ਨਾਲ ਉਹਨੂੰ ਲੋਸ ਵੀ ਪਤਾ ਕਿ ਮੈਂ ਨਹੀਂ ਚਾਹੁੰਦੀ ਦੋਨੋਂ ਇੱਕ ਦੂਜੇ ਨਾਲ ਲੜ ਕੇ ਮਰ ਜਾਓ, ਹਨਾ। ਸਾਨੂੰ ਇੱਥੇ ਇਹਦੇ ਵਿੱਚ ਪੂਰੇ ਮਤਲਬ ਘਰੇਲੂ ਹਾਲਤ ਦੇਖਦੀ ਆ ਕਿ ਇੱਕ ਮਾਂ ਜਦੋਂ ਇੱਕ ਪੁੱਤ ਦਾ ਸਾਥ ਦੇ ਦਿੰਦੀ ਤਾਂ ਦੂਜੇ ਤਾਂ ਉਹਨੂੰ ਕਿਸ ਤਰ੍ਹਾਂ ਫਿਰ ਬਚਾਉਂਦੀ ਆ ਕਿ ਹੁਣ ਆਹ ਨਾ ਹੋਵੇ ਤੁਸੀਂ ਵੀ ਲੜ ਕੇ ਇੱਕ ਦੂਜੇ ਨਾਲ ਆਪਣੇ ਮਤਲਬ ਇੱਕ ਦੂਜੇ ਦੀਆਂ ਲੱਤਾਂ ਬਾਹਾਂ ਭੰਨਦੇ ਨੇ ਨਾ। ਪਰ ਇੱਥੇ ਸਾਨੂੰ ਖੁਦਾ ਦਾ ਹੱਥ ਵੀ ਨਜ਼ਰ ਆਉਂਦਾ ਹੈ ਕਿ ਉਹਨੇ ਬਰਕਤ ਜਿਹੜੀ ਆ ਉਹ ਜਿਹੜੀ ਉਹਨੇ ਲੈ ਲਈ ਆ ਉਹਦੇ ਕੋਲੋਂ, ਜਦ ਧੋਖੇ ਨਾਲ ਲੈ ਲਿਆ, ਉਹ ਬਾਅਦ ਚ ਕਿਸ ਤਰ੍ਹਾਂ ਯੂਟਿਲਾਈਜ਼ ਹੋਣੀ ਆ, ਅਸੀਂ ਇਹ ਉਹਨੂੰ ਦੇਖਣਾ ਆ। ਵੈਰੀ ਇੰਟਰਸਟਿੰਗ, ਬਹੁਤ ਅੱਛਾ ਲੱਗ ਰਿਹਾ ਤੁਹਾਡੇ ਨਾਲ ਇਹਦੇ ਮੈਨੂੰ ਸ਼ੇਅਰ ਕਰਕੇ। ਅਸੀਂ ਹੁਣ ਇਹਦੇ ਥੋੜੇ ਜਿਹੇ ਜਿਹੜੇ ਨਾ ਪੁਆਇੰਟਸ ਦੇਖਣੇ ਆ ਕਿ ਇਹਨਾਂ ਦੇ ਵਿੱਚ ਸਾਨੂੰ ਕੋਈ ਹੋਰ ਚੀਜ਼ ਜਿਹੜੀ ਐਡ ਕਰਨ ਦੀ ਲੋੜ ਹੈ ਕਿ ਨਹੀਂ, ਕਿਉਂਕਿ ਮੇਰੇ ਖਿਆਲ ਮੁਤਾਬਿਕ ਅਸੀਂ ਬਹੁਤ ਸੋਹਣੇ ਤਰੀਕੇ ਨਾਲ ਇਹਨੂੰ ਦੇਖ ਲਿਆ, ਪਰ ਫਿਰ ਵੀ ਅਗਰ ਇੱਕ ਐਕਸਪਲੇਨੇਸ਼ਨ ਜਿਹੜੀ ਆ ਉਹ ਹੁੰਦੀ ਹੋਈ ਆ, ਪਰ ਫਿਰ ਵੀ ਅਗਰ ਕੋਈ ਇਹਦੇ ਵਿੱਚ ਐਡ ਕਰਨ ਦੀ ਚੀਜ਼ ਲੋੜ ਹੋਊਗੀ ਤਾਂ ਮਤਲਬ ਜ਼ਰੂਰ ਇਹਦੇ ਵਿੱਚ ਕਰ ਦੇਣਗੇ ਐਡ। ਇੱਥੇ ਮੈਂ ਜਿਹੜਾ ਦੇਖ ਪਾ ਰਹੀ ਹਾਂ ਇਹਦੇ ਚ ਸਿਰਫ ਔਰ ਸਿਰਫ ਹੈਗਾ ਹੈ ਕਿ
ਜਿਸ ਤਰ੍ਹਾਂ ਖੁਦਾਵੰਦ ਜਿਹੜੇ ਆ ਉਹ ਅਪੀਅਰ ਕੀਤੇ ਸੀਗੇ ਅਬਰਾਹਮ ਨੂੰ, ਉਸ ਤਰੀਕੇ ਦੇ ਨਾਲ ਉਹ ਇਸਹਾਕ ਨਾਲ ਵੀ ਉਹਨਾਂ ਦੀ ਅਪੀਅਰੈਂਸ ਹੋਈ ਆ। ਪਰ ਹਜੇ ਯਾਕੂਬ ਨਾਲ ਉਹਨਾਂ ਦੀ ਅਪੀਅਰੈਂਸ ਨਹੀਂ ਹੋਈ, ਈਸਾਊ ਨਾਲ ਵੀ ਨਹੀਂ ਹੋਈ। ਅਸੀਂ ਇੱਕ ਚੀਜ਼ ਇਹ ਦੇਖੀ ਹੈ ਕਿ ਡਾਇਰੈਕਟਲੀ ਈਸਾਊ ਨੂੰ ਖੁਦਾ ਨੇ ਆ ਕੇ ਈਸਾਊ ਨੇ ਉਹ ਨਹੀਂ ਪਾਇਆ ਮਤਲਬ ਫਲ, ਹਾਲਾਂਕਿ ਉਹ ਪਲੋਠਾ ਸੀ, ਕਿਉਂਕਿ ਉਹਨੇ ਫਿਰ ਮੁੜ ਕੇ ਗੱਲ ਉੱਥੇ ਆ ਗਈ, ਉਹਨੇ ਆਪਣੇ ਪਲੋਠੇ ਹੋਣ ਦੀ ਉਸ ਬਖਸ਼ਿਸ਼ ਦੀ ਕਦਰ ਨਹੀਂ ਕੀਤੀ, ਰਾਈਟ। ਅੱਗੇ ਅਸੀਂ ਦੇਖਦੇ ਹਾਂ ਕਿ ਮਤਲਬ ਅਸੀਂ ਦੇਖਦੇ ਕਿ ਜਿਹੜਾ ਉਹਨੇ ਕਿਹਾ ਕਿ ਮੇਰੀ ਜਿਹੜੀ ਰੂਹ ਆ ਉਹ ਬਲੈਸ ਕਰਨਾ ਚਾਹੁੰਦੀ ਆ, ਉਹਦੀ ਤੇ ਮੌਤ ਹੋਣ ਲੱਗੀ ਆ, ਉਹਨੂੰ ਪਤਾ ਆਪਣੀ ਮੌਤ ਨਜ਼ਰ ਆਉਂਦੀ, ਮਤਲਬ ਦਿਸਦੀ ਹੈ, ਜਿੱਦਾਂ ਕਿ ਸਾਹਮਣੇ ਦਰਵਾਜ਼ੇ 'ਚ ਨੌਕਰ ਦੀ ਖੜੀ ਦਿਖਾਈ ਦੇ ਰਹੀ, ਪਰ ਜਾਣ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਬਲੈਸ ਕਰਨਾ ਚਾਹੁੰਦਾ ਹੈ। ਅਸੀਂ ਇੱਥੇ ਸੇਮ ਚੀਜ਼ ਜਿਹੜੀ ਹੈ ਨਾ ਉਹ ਦੇਖੀ ਹੈਗੀ ਸੀ ਅਸੀਂ 26ਵੇਂ ਚੈਪਟਰ ਦੇ ਵਿੱਚ ਵੀ, ਕਿ ਇਸਹਾਕ ਜਿਹੜਾ ਹੈ ਨਾ ਉਹ ਮਤਲਬ ਇਸਹਾਕ ਦੀ ਜਿਹੜੀ ਬਲੈਸਿੰਗ ਆ ਉਹ ਜਿਹੜੀ ਉਹਨੇ ਪਾਈ ਆ, ਉਹ ਅਬਰਾਹਮ ਨੇ ਉਹਨੂੰ ਜਾਣ ਤੋਂ ਪਹਿਲੇ ਸੈਟਲ ਦੇਖਣਾ ਚਾਹੁੰਦਾ ਆ। ਆਮ ਵੀ ਮਾਂ ਪਿਓ ਇਹੀ ਚਾਹੁੰਦੇ ਨਾ, ਕਿਉਂਕਿ ਮੈਂ ਖੁਦ ਚਾਹ ਰਹੀ ਸੀ ਕਿ ਮੇਰੇ ਜਿਹੜੇ ਬੱਚੇ ਤੇ ਉਹ ਸੈਟਲ ਹੋਣ ਆਪਣੇ ਆਪਣੇ ਥਾਂ ਦਿੱਤੇ, ਕਿ ਅਸੀਂ ਐਕਚੁਅਲੀ ਖੁਦਾ ਨੂੰ ਪੁੱਛਦੇ ਕਿ ਖੁਦਾ ਉਹਨਾਂ ਨੂੰ ਕਿਸ ਤਰ੍ਹਾਂ ਸੈਟਲ ਦੇਖਣਾ ਚਾਹੁੰਦਾ। ਇਹ ਇੱਕ ਅਲੱਗ ਕੁਐਸਚਨ ਅਸੀਂ ਇਹਦੇ ਬਾਰੇ ਫਿਰ ਡਿਸਕਸ ਕਰਾਂਗੇ। ਐਂਡ ਇੱਥੇ ਸਾਨੂੰ ਉਹ ਵੀ ਨਜ਼ਰ ਆਉਂਦਾ ਕਿ ਐਗਜ਼ੈਕਟਲੀ ਸੇਮ ਤਰੀਕੇ ਦੇ ਨਾਲ ਉਹ ਆਪਣੇ ਬੱਚੇ ਨੂੰ ਬਰਕਤ ਦੇਣਾ ਚਾਹੁੰਦਾ ਆ, ਇਸਹਾਕ ਜਿਹੜੀ ਉਹਨੇ ਆਪਣੇ ਪਿਓ ਦੇ ਕੋਲੋਂ ਪਾਈ ਆ। ਐਂਡ ਉਸ ਤੋਂ ਪਿੱਛੋਂ ਅਸੀਂ ਦੇਖਦੇ ਹਾਂ ਕਿ ਮਤਲਬ ਬਰਕਤ ਉਹਨੇ ਦੇ ਦਿੱਤੀ ਆ, ਐਂਡ ਉਹਦੇ ਕੋਲੋਂ ਚਾਹੇ ਧੋਖੇ ਨਾਲ ਲੈ ਲਈ ਗਈ, ਪਰ ਅਸੀਂ ਦੇਖਦੇ ਕਿ ਰੁਬੇਕਾ ਨੇ ਯਾਕੂਬ ਨੂੰ ਕਿਉਂ ਚੁਣ ਲਿਆ ਆ। ਫਿਰ ਇੱਥੇ ਸਾਨੂੰ ਇਹ ਦੇਖਣਾ ਪਏਗਾ 25ਵੇਂ ਚੈਪਟਰ ਦੀ ਇਸੇ ਦੀ ਹੋਈ ਜਿਹੜਾ ਪਿਛਲੇ ਦੀ 23ਵੀਂ ਆਇਤ, ਜਿਹਦੇ ਵਿੱਚ ਅਸੀਂ ਦੇਖਿਆ ਕਿ ਹਾਲਾਂਕਿ ਉਹਨੇ ਜੋ ਕੁਛ ਉਹਨੇ ਕੀਤਾ ਆ ਉਹਦੇ ਬੇਟੇ ਨੇ, ਉਹਦੇ ਤੋਂ ਉਹ ਖੁਸ਼ ਨਹੀਂ ਹੈਗੀ, ਉਹਨੇ ਭੁੱਖ ਦੇ ਲਈ ਆਪਣਾ ਵੇਚ ਦਿੱਤਾ, ਹਾਲਾਂਕਿ ਆਪਣਾ ਹੱਕ ਲੁੱਟ ਦੇ ਵੇਚਦਾ। ਮਤਲਬ ਜ਼ਾਹਿਰ ਹੈ ਤੁਸੀਂ ਜਿਸ ਘਰ ਦੇ ਵਿੱਚ ਦੇਖੋ ਜਿੱਥੇ ਮਾਂ ਵੀ ਹੈਗੀ ਆ, ਭੈਣਾਂ ਵੀ ਹੈਗੀਆਂ, ਹੋਰ ਗੁਆਂਢੀ ਗੁਆਂਢੀ ਵੀ ਹੋਣਗੇ, ਤੇ ਉੱਥੇ ਕੀ ਲੋੜ ਪਈ ਆ ਬੱਚੇ ਨੂੰ ਇਹ ਕਹਿਣ ਦੀ ਕਿ ਤੂੰ ਮੈਨੂੰ ਨਹੀਂ ਪਤਾ ਮੈਂ ਪਲੋਠੇ ਦੇ ਹੱਕ ਨੂੰ ਗੋਲੀ ਮਾਰਨੀ, ਮੈਨੂੰ ਪਤਾ ਮੈਨੂੰ ਆ ਦੇ ਜਿਹੜਾ ਕੁਛ ਤੇਰੇ ਕੋਲ ਹੈ। ਸੋ ਇੱਥੇ ਉਹਦੇ ਕਿਰਦਾਰ ਦੇ ਵਿੱਚ ਮਤਲਬ ਬੈਲੈਂਸ ਨਜ਼ਰ ਨਹੀਂ ਆਉਂਦਾ। ਇੱਥੇ ਉਹਦੇ ਕਿਰਦਾਰ ਦੇ ਵਿੱਚ ਉਹ ਜਿਹੜੀ ਚੀਜ਼ ਦੀ ਲੋੜ ਆ ਨਾ, ਇੰਥੂਜ਼ੀਆਜ਼ਮ ਜਿਹੜੀ ਲੋੜ ਆ, ਜਿਹੜੀ ਜਿੱਦਾਂ ਨਹੀਂ ਕਹਿੰਦੇ ਪੰਚ ਕਿੱਕ, ਉਹ ਨਜ਼ਰ ਨਹੀਂ ਆਉਂਦੀ ਜਿਹੜੀ ਦੀ ਲੋੜ ਹੈ ਉਹਦੇ ਵਿੱਚ ਨਾ, ਕਿ ਪੰਚ ਹੋਣਾ ਜ਼ਰੂਰੀ ਆ ਨਾ ਤੁਹਾਡੇ ਚ, ਫਿਰ ਤੁਸੀਂ ਕਿਤੇ ਪਹੁੰਚੋਗੇ ਨਾ। ਸੋ ਹੁਣ ਮਤਲਬ ਮਾਂ ਨੇ ਜੋ ਕੀਤਾ ਆ ਉਹਨੇ ਆਪਣੇ ਦਿਲ ਦੇ ਮਤਲਬ ਮੁਤਾਬਿਕ ਤੇ ਉਹਨੇ ਕੀਤਾ ਆ। ਉਹਨੂੰ ਇਹ ਲੱਗਦਾ ਕਿ ਮੇਰਾ ਵੱਡਾ ਮੁੰਡਾ ਡਿਜ਼ਰਵ ਨਹੀਂ ਕਰਦਾ ਉਸ ਬਲੈਸਿੰਗ ਨੂੰ, ਕਿਉਂਕਿ ਇਹਨੇ ਪਹਿਲਾਂ ਹੱਕ ਪਲੋਠੇ ਦਾ ਜਿਹੜਾ ਉਹ ਵੇਚ ਦਿੱਤਾ ਹੋਇਆ ਨਾ। ਅਸੀਂ ਗੱਲ ਕਰ ਚੁੱਕੇ ਹੁਣ ਜਿਹੜੀ ਇਸ ਹੱਕ ਦੀ ਜਿਹੜੀ ਇਨਹੈਰੀਟੈਂਸ ਹੈਗੀ, ਜਿਹੜਾ ਵਾਅਦਾ ਆ, ਅਸੀਂ ਇਹਨੂੰ ਅੱਗੇ ਗਾਂ ਜਾ ਕੇ ਗਲੇਸ਼ੀਅਨ ਜਿਹੜਾ ਗਲਤੀਓ ਉਹਦੇ 3ਰੇ ਚੈਪਟਰ ਦੀ 29ਵੀਂ ਆਇਤ ਦੇ ਵਿੱਚ ਵੀ ਅਸੀਂ ਮਤਲਬ ਇਹਨੂੰ ਪੜ੍ਹ ਸਕਦੇ, ਦੇਖ ਸਕਦੇ ਕਿ ਕਿਸ ਤਰ੍ਹਾਂ ਜਿਹੜਾ ਅਬਰਾਹਮ ਦੇ ਥਰੂ ਜਿਹੜਾ ਫੇਥ ਜਿਹੜਾ ਨਾ ਉਹ ਜਨਰੇਸ਼ਨਸ ਦੇ ਰਾਹੀਂ ਗਿਆ, ਜਿਹੜਾ ਕਿ ਸਾਨੂੰ ਅੱਗੇ ਸੌਚੀ ਦੀ ਜ਼ਿੰਦਗੀ 'ਚ ਵੀ ਨਜ਼ਰ ਆਉਣਾ, ਉਹਦੇ ਬਾਲਾਂ ਵਿੱਚ ਵੀ ਨਜ਼ਰ ਆਉਣਾ, ਕਿਉਂਕਿ ਉਹਨੇ ਰਿਸੀਵ ਕੀਤੀ ਆ ਇਨਹੈਰੀਟੈਂਸ ਜਿਹੜੀ ਹੈ ਕਿ ਉਹ ਵਾਅਦੇ ਦੀ, ਹਨਾ। ਅਸੀਂ ਇਹਨੂੰ ਅੱਗੋਂ ਗਿਣਤੀ 23ਵੀਂ ਦੀ 19ਵੀਂ ਆਇਤ ਵਿੱਚ ਵੀ ਦੇਖ ਸਕਦੇ ਹਾਂ ਨਾ। ਅਸੀਂ ਅੱਗੇ ਚਲੇ ਜਾਈਏ, ਜਦੋਂ ਉਹ ਮਤਲਬ ਜਦੋਂ ਅਸੀਂ ਦੇਖਦੇ ਕਿ ਈਸਾਊ ਰੋਂਦਾ ਆ, ਹਨਾ, ਤੇ ਇੱਥੇ ਅਸੀਂ ਇੱਕ ਹੋਰ ਚੀਜ਼ ਦੇਖਣੀ ਹੈ ਜਿਹੜੀ ਕਿ ਮਤਲਬ ਇਹ ਅਸੀਂ ਇਬਰਾਨੀਆਂ ਦੇ 12ਵੇਂ ਚੈਪਟਰ ਦੀ 16ਵੀਂ ਤੇ 17ਵੀਂ ਆਇਤ ਦੇ ਵਿੱਚ ਦੇਖਣੀ ਆ ਕਿ ਇੱਥੇ ਸਾਨੂੰ ਇਹ ਸਮਝੌਤੀ ਦਿੱਤੀ ਗਈ ਹੈ ਕਿ ਆਪਣੇ ਆਪ ਨੂੰ ਡੂ ਨੋਟ ਅਲਾਉ ਯੂਰਸੈਲਫ ਟੂ ਬੀ ਟ੍ਰਿਕਡ, ਕਿ ਆਪਣੇ ਆਪ ਨੂੰ ਤੁਸੀਂ ਅਲਾਉ ਨਾ ਕਰੋ ਕਿ ਤੁਹਾਨੂੰ ਕੋਈ ਧੋਖਾ ਦੇ ਜਾਵੇ, ਤੇ ਸਭ ਤੋਂ ਵੱਡਾ ਧੋਖੇਬਾਜ਼ ਤੇ ਸ਼ੈਤਾਨ ਹੀ ਹੈ ਨਾ। ਸੋ ਇੱਥੇ ਅਸੀਂ ਦੇਖਦੇ ਕਿ ਸ਼ੈਤਾਨ ਕੋਲੋਂ ਈਸਾਊ ਧੋਖਾ ਖਾ ਗਿਆ ਆ, ਪਰ ਉਹਨੇ ਪਹਿਲਾਂ ਕਦਰ ਨਹੀਂ ਕੀਤੀ ਆਪਣੀ ਬਲੈਸਿੰਗ ਦੀ ਜਿਹੜੀ ਉਹਨੂੰ ਮਿਲੀ ਸੀ ਨਾ, ਉਹਦੇ ਪਲੋਠੇ ਹੁੰਦੇ ਨਾ। ਤਾਂ ਅੱਜ ਅਸੀਂ ਵੀ ਕਈ ਵਾਰੀ ਬਹੁਤ ਵਾਰੀ ਸ਼ੈਤਾਨ ਦੇ ਕੋਲੋਂ ਧੋਖਾ ਖਾ ਜਾਂਦੇ ਹਾਂ, ਅਸੀਂ ਠੋਕਰ ਖਾ ਜਾਂਦੇ ਹਾਂ, ਤੇ ਸਾਡੀ ਜਿਹੜੀ ਐਕਚੁਅਲੀ ਠੋਕਰ ਆ, ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਆਪਾਂ ਇਹਦੇ ਉੱਤੇ ਸੈਸ਼ਨ ਕਰਨਾ ਜ਼ਰੂਰ ਕਰਾਂਗੇ। ਇਹਦੇ ਵਿੱਚ ਸਾਨੂੰ ਛੋਟੀ ਠੋਕਰ ਨਜ਼ਰ ਆਉਂਦੀ ਹੈ, ਜਿਹਦੇ ਵਿੱਚ ਥੋੜਾ ਜਿਹਾ ਨੂੰ ਕਵਰ ਕਰ ਦਿੰਦੀ ਹਾਂ। ਐਕਚੁਅਲੀ ਠੋਕਰ ਦੇ ਪਿੱਛੇ
हमेशा साडा एक हिडन जिहड़ी है ना अन मतलब इस तरह करके ਅਸੀਂ ਕਹਿ ਸਕਦੇ ਕਿ ਠੋਕਰ ਦੇ ਪਿੱਛੇ ਸਾਡੀ ਮੈਂ ਤੁਹਾਨੂੰ ਇੱਕ ਚੀਜ਼ ਦੱਸਣ ਲੱਗੀ ਹਾਂ ਸਾਡੀ ਨਾ ਇਦਾਂ ਰੈਪ ਅਪ ਕੀਤੀ ਹੋਈ ਕੋਈ ਜਿਹੜੀ ਆ ਉਹ ਚੀਜ਼ ਹੁੰਦੀ ਆ ਅਸੀਂ ਕੁਝ ਹਿਡਨ ਰਿਐਲਿਟੀ ਹੁੰਦੀ ਆ ਜਿਹੜੀ ਸਾਡੇ ਸਾਹਮਣੇ ਨਹੀਂ ਆਈ ਹੁੰਦੀ ਕਿਸੇ ਦੇ ਸਾਹਮਣੇ ਤੁਸੀਂ ਨਹੀਂ ਲੈ ਕੇ ਉਹਦੇ ਕੁਝ ਲੁਕਿਆ ਹੋਇਆ ਹੁੰਦਾ ਜਿਹਨੂੰ ਅਸੀਂ ਸਹੀ ਤਰੀਕੇ ਦੇ ਨਾਲ ਨਹੀਂ ਅਨਕਵਰਡ ਏਦਾਂ ਕੀਤਾ ਹੁੰਦਾ ਹੈ ਨਾ ਹੁਣ ਇੱਥੇ ਉਹਦੇ ਵਿੱਚ ਅਸੀਂ ਕੀ ਦੇਖਿਆ ਆ ਕਿ ਉਹਦੀ ਭੁੱਖ ਆ ਇਹ ਸਾਊਦੀ ਜਿਹੜੀ ਕਿ ਆਪਣੀ ਭੁੱਖ ਦਾ ਆਪੇ ਹੱਲ ਕਰਨ ਦੀ ਬਜਾਏ ਕਿ ਉਹ ਆਪੇ ਖਾਣ ਦੀ ਬਜਾਏ ਬਣਾ ਕੇ ਆਪਣੀ ਅੱਗ ਬਾਲ ਕੇ ਉਹਦੇ ਤੇ ਕੁਝ ਬਣਾਉਣ ਦੀ ਬਜਾਏ ਉਹ ਕੀ ਕਰਦਾ ਪੱਕੇ ਪਕਾਈ ਉੱਤੇ ਬਹਿਣ ਦੀ ਕੋਸ਼ਿਸ਼ ਕਰਦਾ ਉਹਦੇ ਲਈ ਆਪਣਾ ਹੱਕ ਵੇਚਦਾ ਆ ਉਹਨੂੰ ਠੋਕਰ ਲੱਗਣੀ ਲਾਜ਼ਮੀ ਹੈ ਸਾਨੂੰ ਉਦੋਂ ਠੋਕਰ ਲੱਗਦੀ ਹੈ ਹਰ ਕਿਸੇ ਨੂੰ ਮੈਨੂੰ ਵੀ ਲੱਗ ਸਕਦੀ ਹੈ ਤੁਹਾਨੂੰ ਵੀ ਲੱਗ ਸਕਦੀ ਜਦੋਂ ਅਸੀਂ ਆਪਣੀ ਮਿਹਨਤ ਦੀ ਕਮਾਈ ਤੋਂ ਬਿਨਾਂ ਅਸੀਂ ਆਪਣੇ ਜਿਹੜੀ ਤਾਕਤ ਆਪਣੀਆਂ ਹੱਡੀਆਂ ਦੇ ਅੰਦਰ ਖੁਦਾ ਦੇ ਨਾਲ ਜੋੜ ਕੇ ਉਹਦੀ ਮਰਜ਼ੀ ਨੂੰ ਜਾਣ ਕੇ ਉਹਦੀ ਬਲੇਸਿੰਗ ਨੂੰ ਆਪਣੇ ਤੇ ਪਹਿਨ ਕੇ ਤੇ ਉਹਦੀ ਬਖਸ਼ਿਸ਼ ਦੇ ਵਿੱਚ ਰਹਿਣ ਦੀ ਬਜਾਏ ਅਸੀਂ ਜਦੋਂ ਈਜ਼ੀ ਸ਼ਾਰਟਕਟ ਲੈਂਦੇ ਆ ਅਸੀਂ ਜਦੋਂ ਸ਼ਾਰਟਕਟ ਲੈਂਦੇ ਆ ਤੇ ਉਹਦੇ ਵਿੱਚ ਅਸੀਂ ਆਪਣੇ ਉਸ ਮਨ ਦੀ ਸ਼ੈਤਾਨ ਦੀ ਜਿਹੜੀ ਮੈਂ ਹਮੇਸ਼ਾ ਤੁਹਾਨੂੰ ਸਮਝਾਉਂਦੀ ਆਈ ਆ ਪਹਿਲੀ ਜਿਹੜੀ ਗੱਲ ਆ ਸੁਣਦੇ ਆ ਜਿਹੜੀ ਤੁਹਾਨੂੰ ਪਹਿਲੀ ਸ਼ੈਤਾਨ ਦੀ ਕਹਿੰਦੀ ਅਸੀਂ ਜਦੋਂ ਉਹਦੀ ਗੱਲ ਸੁਣ ਲੈਂਦੇ ਆ ਫਿਰ ਦੂਸਰੀ ਤੁਸੀਂ ਲੋਕਾਂ ਦੀ ਸੁਣ ਲੈਂਦੇ ਆ ਫਿਰ ਤੀਸਰੀ ਤੁਸੀਂ ਸੁਣਦੇ ਹੈਗੇ ਆ ਆਪਣੇ ਹੰਕਾਰ ਦੀ ਉਹ ਤੁਸੀਂ ਠੋਕਰ ਦਾ ਆਵਾਜ਼ ਬਣਨਾ ਹੀ ਬਣਨਾ ਡੈਫੀਨਿਟਲੀ ਬਣਨਾ ਦਿਸ ਨੋ ਟੂ ਵੇ ਅਬਾਊਟ ਇਟ ਇਹ ਤੁਹਾਨੂੰ ਠੋਕਰ ਲੱਗੂਗੀ ਤੁਸੀਂ ਡਿੱਗੋਗੇ ਤੇ ਬਾਅਦ ਚ ਤੁਸੀਂ ਫਿਰ ਰਹੋਗੇ ਕਿੱਦਾਂ ਰਹੋਗੇ ਜਿੱਦਾਂ ਇੱਥੇ ਅਸੀਂ ਇਹਦੀ 30 ਆਇਤ ਦੇ ਵਿੱਚ ਦੇਖਿਆ ਕਿ ਉਹ ਰੋਇਆ ਅੱਛੀ ਹਨਾ ਪਰ ਜੇ ਉਹ ਖੁਦਾ ਦੇ ਸਾਹਮਣੇ ਰੋਂਦਾ ਤੇ ਸ਼ਾਇਦ ਉਹਦੇ ਰੋਣ ਦਾ ਕੋਈ ਹੱਲ ਵੀ ਹੋ ਜਾਂਦਾ ਮੋਸਟਲੀ ਕੀ ਆ ਕਿ ਅਸੀਂ ਦੁਨੀਆ ਦੇ ਸਾਹਮਣੇ ਰੋ ਪਏ ਨੇ ਕੋਈ ਵੀ ਹੋ ਸਕਦਾ ਪਰ ਸਾਨੂੰ ਐਕਚੁਅਲੀ ਖੁਦਾ ਦੇ ਸਾਹਮਣੇ ਉਹਦੇ ਨਾਲ ਆਪਣੀ ਹਰ ਗੱਲ ਜਿਹੜੀ ਸ਼ੇਅਰ ਕਰਨੀ ਚਾਹੀਦੀ ਹੈ ਇਹ ਤੇ ਹੋ ਗਿਆ ਜੀ ਹੁਣ ਅਸੀਂ ਜਾਂਦੇ ਹਾਂ ਚੈਪਟਰ 27 ਮੱਤੀ ਦੀ ਅੰਜੀਲ ਉਹਦੇ 27 ਚੈਪਟਰ ਨੂੰ ਅਸੀਂ ਲਿਖਣਾ ਜਿੱਦਾਂ ਅਸੀਂ ਇਹ ਦੇਖਿਆ ਤਾਂ ਕਿ ਅਸੀਂ ਦੂਸਰਾ ਹਿੱਸਾ ਜਿਹੜਾ ਹੈ ਨਾ ਇਹਦਾ ਉਹ ਵੀ ਪੂਰਾ ਕਰੀਏ ਹੈ ਨਾ ਪਹਿਲਾਂ ਤਾਂ ਸਾਡੇ ਕੋਲ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੋ ਗਿਆ ਐਂਡ ਬਹੁਤ ਹੀ ਜ਼ਬਰਦਸਤ ਅਸੀਂ ਚੀਜ਼ ਦੇਖੀ ਹੈ ਇੱਥੇ ਕਿਉਂਕਿ ਇਹ ਜਿਹੜਾ ਚੈਪਟਰ ਹੈ ਇਹ ਖੁਦਾ ਵੀ ਯਿਸੂ ਮਸੀਹ ਦੀ ਮਤਲਬ ਜਿਹੜੀ ਅਸਲੀ ਵੀ ਜਿਹੜੀ ਉਹਨਾਂ ਦੀ ਹੈਗੀ ਕੁਰਬਾਨੀ ਇਹ ਅਸੀਂ ਉੱਥੇ ਪਹੁੰਚ ਚੁੱਕੇ ਹਾਂ ਹੈ ਨਾ ਤੇ ਇਹ ਬਹੁਤ ਇੰਟਰਸਟਿੰਗ ਹੈ ਮੈਨੂੰ ਇਹ ਬਹੁਤ ਇੰਟਰਸਟਿੰਗ ਵੀ ਹੈ ਤੇ ਇਹ ਬਹੁਤ ਪਾਵਰਫੁਲ ਵੀ ਹੈ ਕਿਉਂਕਿ ਇਹਦੇ ਵਿੱਚ ਅਸੀਂ ਬਲੈਸਡ ਵੀ ਆ ਕਿਉਂਕਿ ਅਸੀਂ ਇਹਦੇ ਵਿੱਚ ਖੁਦਾ ਦੇ ਨਾਲ ਜੁੜ ਕੇ ਤੇ ਉਹਨਾਂ ਫੁੱਟਸਟੈਪਸ ਜਿਹੜੇ ਉਹਨਾਂ ਨੇ ਲਏ ਆ ਉਹਨਾਂ ਦੇ ਜਿਹੜੇ ਨਕਸ਼ੇ ਕਦਮ ਉੱਤੇ ਚੱਲਦੇ ਆ ਦੇਖਦੇ ਆ ਉਹਨਾਂ ਨੂੰ ਸਿੱਖਦੇ ਆ ਤੇ ਅਸੀਂ ਬਹੁਤ ਕੁਛ ਇਹਦੇ ਚੋਂ ਅੱਗੇ ਪਾਉਣਾ ਹੈ ਨਾ ਤਾਂ ਅਸੀਂ ਇਹਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਅਪਣਾਉਣਾ ਹੈ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਇਸ ਤਰੀਕੇ ਦੇ ਨਾਲ ਜਿਹੜਾ ਨਾ ਉਹ ਫਿਰ ਬਾਅਦ ਵਿੱਚ ਜਿਉਂ ਸਕੀਏ ਜਿਸ ਤਰੀਕੇ ਨਾਲ ਸਾਨੂੰ ਜਿਉਣ ਦੀ ਲੋੜ ਹੈ ਹਨਾ ਤਾਂ ਮੈਂ ਹੁਣ ਐਕਚੁਅਲੀ ਇਹਦੀ ਜਿਹੜੀ ਪੰਜਾਬੀ ਦੀ ਤੇ ਮੇਰੇ ਕੋਲ ਹੈ ਹੀ ਹੈ ਪਰ ਮੈਂ ਇਹਦੀ ਜਿਹੜੀ ਐਕਸਪਲੇਨੇਸ਼ਨ ਹੈ ਨਾ ਉਹਦੇ ਥੋੜੇ ਟੌਪ ਪੁਆਇੰਟਸ ਜਿਹੜੇ ਹੈਗੇ ਆ ਇੰਗਲਿਸ਼ ਦੇ ਉਹ ਵੀ ਤੁਹਾਡੇ ਨਾਲ ਸਾਂਝੇ ਕਰੂੰਗੀ ਕਿਉਂਕਿ ਹਜੇ ਤਾਂ ਮੈਂ ਸਿਰਫ ਇਹਨੂੰ ਪੰਜਾਬੀ ਦੇ ਵਿੱਚ ਜਿਹੜੀ ਉਹ ਤੁਹਾਡਾ ਪਹਿਲੇ ਕਰ ਰਹੀ ਸਾਂ ਮੈਂ ਪੋਸਟ ਕਰ ਦਿੰਦੀ ਹਾਂ ਹਨਾ ਠੀਕ ਹੋ ਗਿਆ ਜੀ ਪ੍ਰਭੂ ਮੱਤੀ ਦੀ ਅੰਜੀਲ 27ਵਾਂ ਚੈਪਟਰ ਯਿਸੂ ਦੀ ਸਲੀਬੀ ਮੌਤ ਜਦੋਂ ਸਵੇਰ ਹੋਈ ਤਾਂ ਸਾਰੇ ਪ੍ਰਧਾਨ ਜਾਜਕਾਂ ਤੇ ਲੋਕਾਂ ਤੇ ਬਜ਼ੁਰਗਾਂ ਨੇ ਯਿਸੂ ਦੇ ਵਿਰੁੱਧ ਇੱਕ ਮੰਤਰ ਪਕਾਇਆ ਕਿ ਇਹਨੂੰ ਜਾਨੋਂ ਮਾਰ ਸੁੱਟੀਏ ਉਹਨੂੰ ਬੰਨ੍ਹ ਕੇ ਲੈ ਗਏ ਤੇ ਪਿਲਾਤੁਸ ਹਾਕਮ ਦੇ ਹਵਾਲੇ ਕੀਤਾ ਜਦੋਂ ਯਹੂਦਾ ਜਿਹਨੇ ਉਸਨੂੰ ਪਕੜਵਾਇਆ ਸੀ ਇਹ ਵੇਖ ਕੇ ਉਸ ਉੱਤੇ ਸੁੱਟ ਕੇ ਚਲਾ ਗਿਆ और जाके उसने एंड प्रधान जाजका ने रुपये लेके कहा कि इन्होंने खजाने ਵਿੱਚ ਪਾਉਣਾ ਯੋਗ ਨਹੀਂ ਕਿਉਂਕਿ ਇਹ ਲਹੂ ਦਾ ਮੁੱਲ ਹੈ ਅਤੇ ਉਹਨਾਂ ਨੇ ਮੱਤਾ ਕਰਕੇ ਉਹਨਾਂ ਨਾਲ ਇੱਕ ਘੁਮਿਆਰ ਦਾ ਖੇਤ ਪਰਦੇਸੀਆਂ ਦੇ ਦੱਬਣ ਲਈ ਲੈ ਲਿਆ ਇਸ ਕਾਰਨ ਉਹ ਖੇਤ ਅੱਜ ਤੱਕ ਲਹੂ ਦਾ ਖੇਤ ਅਖਾਉਂਦਾ ਹੈ ਤਾਂ ਜਿਹੜਾ ਬਚਨ ਯਰਮੀਆ ਨਬੀ ਦੇ ਰਾਹੀਂ ਕਿਹਾ ਗਿਆ ਸੀ ਉਹ ਪੂਰਾ ਹੋਇਆ ਕਿ 3 ਰੁਪਏ ਲੈ ਅਰਥਾਤ ਉਸ ਦਾ ਮੁੱਲ ਜਿਹਦਾ ਇਸਰਾਇਲ ਦੇ
वंश विचों किन्नियां ने मुल ठहराया ते उन्हां नूं घुमियार दे खेत दे बदले दिता जिवें प्रभु ने मैनूं आग्या कीती। यस्सु हाकम दे सामने खड़ा सी और हाकम ने तो पूछा भला यहूदियों दा पातशाह तू है? यीशु ने कहा तू सच क्या। तद प्रधान जाजक और बुजुर्ग उस ते दोषी होंदे सन कि कुछ जवाब नहीं सी वो दिंदा। पिलातुस ने कहा तू सुनदा नहीं जिवें तेरे विरुद्ध किन्नियां गवाहियां दिंदे आ। पर उसनूं एक गल दा भी वो जवाब उसने ना दिता। इत्थों तक कि हाकम ने बहुत ही चर्च मन्निया ते हाकम दा ये दस्तूर सी जो त्योहार नूं लोकां दी खातर एक कैदी जिहनूं वो चाहुंदे सन छडवा लैण ते छड्डदा हुंदा सी। उस वेले उन्हां दा बरब्बा करके एक नामी बरबास कैद सी जो ਉਹ ਜਦੋਂ ਇਕੱਠੇ ਹੋਏ ਤੇ ਪਿਲਾਤੁਸ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਹਨੂੰ ਚਾਹੁੰਦੇ ਹੋ ਕਿ ਤੁਹਾਡੀ ਖਾਤਰ ਮੈਂ ਛੱਡ ਦਿਆਂ ਬਰੱਬਾ ਨੂੰ ਜਾਂ ਯਿਸੂ ਨੂੰ। ਤੇ ਜਿਹੜਾ ਮਸੀਹ ਕਰਕੇ ਖੋਦਾ ਕਿਉਂਕਿ ਉਹ ਜਾਣਦਾ ਸੀ ਕਿ ਉਹਨਾਂ ਉਸ ਨੂੰ ਖਾਰ ਦੇ ਮਾਰੇ ਮੇਰੇ ਵਾਲੇ ਕੀਤਾ। ਉਹ ਅਦਾਲਤ ਦੀ ਗੱਦੀ ਉੱਤੇ ਜਦੋਂ ਬੈਠਾ ਸੀ ਤਾਂ ਉਸਦੀ ਪਤਨੀ ਨੂੰ ਅਖਵਾ ਭੇਜਿਆ ਜੋ ਤੂੰ ਉਸ ਧਰਮੀ ਦੇ ਨਾਲ ਕੁਛ ਵਾਸਤਾ ਨਾ ਰੱਖੀ ਕਿਉਂਕਿ ਮੈਂ ਸੁਪਨੇ ਵਿੱਚ ਉਸਦੇ ਕਾਰਨ ਇੱਕ ਵੱਡਾ ਦੁੱਖ ਦੇਖਿਆ ਹੈ। पर प्रधान जाजकां ते बुजुर्गां ने लोकां नूं उभारिया कि बरअब्बा नूं मंगो अते यीशु दा नाश करवाओ। फिर हाकम ने अगों उन्हां नूं आख्या तुसीं दोवां विचों किहनूं चाहुंदे हो ते मैं तुहाडी खातर किहनूं छड्ड दियां। तो बोले कि बरअब्बा नूं। पिलातुस ने कहा कि फिर यीशु जिहड़ा मसीह होंदा है मैं की करा। वो बोले सलीब दा। पर उसने आख्या उहने की बुराई कीती और होर भी टट पक गया उसने उसने लिखा जो कुछ नहीं पढ़ता था ते ਉਹ ਹੋਰ ਵੀ ਰੋਣਾ ਉੱਚਾ ਹੁੰਦਾ ਜਾਂਦਾ ਤਾਂ ਉਸਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਤੇ ਕਿਹਾ ਕਿ ਇਸ ਦੇ ਲਹੂ ਤੋਂ ਮੇਰੇ ਨਿਰਦੋਸ਼ ਆ ਤੁਸੀਂ ਜਾਣੋ ਐਂਡ ਸਾਰੇ ਲੋਕਾਂ ਨੇ ਉੱਤੇ ਉਹਦਾ ਲਹੂ ਸਾਡੇ ਉੱਤੇ ਤੇ ਸਾਡੇ ਔਲਾਦਾਂ ਉੱਤੇ ਪਵੇ। ਪਰ ਉਹਨਾਂ ਦੀ ਖਾਤਰ ਛੱਡ ਦਿੱਤਾ ਔਰ ਯਿਸੂ ਨੂੰ ਕੋਰੜੇ ਮਰਵਾ ਕੇ ਸਲੀਬ ਤੇ ਚੜਾਉਣ ਦੇ ਹਵਾਲੇ ਕਰ ਦਿੱਤਾ। ਤਾਂ ਹਾਕਮ ਨੇ ਸਿਪਾਹੀਆਂ ਨੇ ਦੀਵਾਨ ਖਾਨੇ ਵਿੱਚ ਲਿਜਾ ਕੇ ਸਾਰਾ ਜੱਥਾ ਉਹਦੇ ਕੋਲ ਇਕੱਠਾ ਕੀਤਾ ਤੇ ਉਹਦੇ ਕੱਪੜੇ ਲੁਹਾ ਕੇ ਪਰਮ ਚ ਚੋਗਾ ਪਵਾਇਆ। ਉਹਨਾਂ ਨੇ ਕੰਡੇ ਦਾ ਤਾਜ ਖੋਂਦੀ ਕੇ ਉਹਦੇ ਸਿਰ ਤੇ ਰੱਖਿਆ ਤੇ ਇੱਕ ਕਾਨਾ ਉਹਦੇ ਸੱਜੇ ਹੱਥ ਵਿੱਚ ਦਿੱਤਾ ਤੇ ਉਹਦੇ ਸਾਹਮਣੇ ਗੋਡੇ ਨਵਾਏ ਤੇ ਉਹਨੂੰ ਠੱਠਾ ਮਾਰ ਕੇ ਕਿਹਾ ਹੇ ਯਹੂਦੀਆਂ ਦੇ ਪਾਤਸ਼ਾਹ ਨਮਸਕਾਰ। ਉਹਨਾਂ ਨੇ ਉਸ ਤੇ ਥੁੱਕਿਆ ਤੇ ਉਹ ਕਾਨਾ ਲੈ ਕੇ ਉਹਦੇ ਸਿਰ ਤੇ ਮਾਰਿਆ ਤਾਂ ਕਰ ਹਟੇ। ਜਦੋਂ ਤੱਕ ਉਹਨਾਂ ਨੇ ਉਸ ਚੋਗਾ ਉਸ ਲਾ ਲਿਆ ਉਸੇ ਦੇ ਕੱਪੜੇ ਚ ਪਵਾਏ ਤੇ ਸਲੀਬ ਤੇ ਚੜਾਉਂਦੇ ਨੂੰ ਲੈ ਗਏ। ਜਦੋਂ ਬਾਹਰ ਜਾਂਦੇ ਸਨ ਤਾਂ ਉਹਨਾਂ ਨੂੰ ਸ਼ਿਮੋਨ ਨਾਮੇ ਇੱਕ ਪੁਰਾਣੀ ਮਨੁੱਖ ਨੂੰ ਲੱਭਿਆ। ਉਹਨੂੰ ਵਗਾਰੇ ਫੜਿਆ ਤੇ ਜੋ ਉਸਦੀ ਸਲੀਬ ਚੁੱਕੇ ਲੈ ਕੇ ਚੱਲੇ ਤਾਂ ਉਹ ਉਸ ਥਾਂ ਉੱਤੇ ਲੈ ਆਏ ਜਿਸ ਥਾਂ ਦਾ ਨਾਂ ਸੀ ਗਲਗੱਥਾ ਅਰਥਾਤ ਖੋਪਰੀ ਦਾ ਪਹਾੜ। ਤੇ ਉਹਨਾਂ ਨੇ ਪਿੱਤ ਨਾਲ ਮਿਲਾਈ ਹੋਈ ਦਾਖ ਰਸ ਉਸਨੂੰ ਪੀਣ ਲਈ ਦਿੱਤੀ। ਉਸਨੇ ਚੱਕ ਕੇ ਉਸਨੂੰ ਪੀਣਾ ਨਾ ਚਾਹਿਆ ਤਾਂ ਵੀ ਉਹਨਾਂ ਨੇ ਉਸਨੂੰ ਸਲੀਬ ਉੱਤੇ ਚੜਾਇਆ ਤੇ ਗੋਣੇ ਪਾ ਕੇ ਉਹਦੇ ਕੱਪੜੇ ਵੰਡ ਲਏ ਤੇ ਬੈਠ ਕੇ ਉੱਥੇ ਉਸਦੀ ਰਾਖੀ ਕਰਨ ਲੱਗੇ। ਉਹਨਾਂ ਨੇ ਉਸਦੇ ਸਿਰ ਦੇ ਉਤਾਹਾਂ ਕਰਕੇ ਉਸ ਦੋਸ਼ ਪੱਤਰੀ ਲਾਈ ਇਹ ਯਹੂਦੀਆਂ ਦਾ ਪਾਤਸ਼ਾਹ ਹੈ, ਯਿਸੂ ਯਹੂਦੀਆਂ ਦਾ ਪਾਤਸ਼ਾਹ ਹੈ। ਉਸੇ ਵੇਲੇ ਉਸਦੇ ਨਾਲ ਦੋ ਡਾਕੂ ਸਲੀਬ ਉੱਤੇ ਚੜਾਇਆ ਗਿਆ, ਇੱਕ ਸੱਜੇ ਖੱਬੇ ਤੇ ਆਉਣ ਵਾਲੇ ਤੇ ਜਾਣ ਵਾਲੇ ਨੂੰ ਹਰ ਆਉਣ ਵਾਲੇ ਜਾਣ ਵਾਲੇ ਨੂੰ ਤਾਨੇ ਮਾਰ ਕੇ ਸਿਰ ਹਿਲਾ ਕੇ ਕਹਿਣ ਲੱਗੇ ਤੂੰ ਜਿਹੜਾ ਹੈਕਲ ਢਾ ਕੇ 3 ਦਿਨਾਂ ਚ ਬਣਾਉਂਦਾ ਸੀ ਆਪਣੇ ਆਪ ਨੂੰ ਬਚਾ। ਜੇ ਤੂੰ ਪਰਮੇਸ਼ਰ ਦਾ ਪੁੱਤ ਤੇ ਸਲੀਬ ਤੋਂ ਥੱਲੇ ਉਤਰ। ਇਸੇ ਤਰ੍ਹਾਂ ਪ੍ਰਧਾਨ ਜਾਜਕਾਂ ਨੇ ਗ੍ਰੰਥੀਆਂ ਬਜ਼ੁਰਗਾਂ ਦੇ ਨਾਲ ਮਿਲ ਕੇ ਉਸਨੂੰ ਠੱਠਾ ਮਾਰਿਆ ਤੇ ਕਿਹਾ ਉਹਨੇ ਹੋਰਨਾਂ ਨੂੰ ਬਚਾਇਆ ਆਪਣੇ ਆਪ ਨੂੰ ਨਹੀਂ ਬਚਾ ਸਕਦਾ। ਇਹ ਇਸਰਾਇਲ ਦਾ ਪਾਤਸ਼ਾਹ ਹੈ ਇਹ, ਹੁਣ ਸਲੀਬੋਂ ਉਤਰ ਆਵੇ ਤਾਂ ਅਸੀਂ ਤੇ ਨਿਸ਼ਚਾ ਕਰਾਂਗੇ। ਉਸਨੇ ਪਰਮੇਸ਼ਰ ਤੇ ਭਰੋਸਾ ਜੋ ਰੱਖਿਆ ਸੀ ਜੇ ਉਹ ਉਸਨੂੰ ਚਾਹੁੰਦਾ ਹੈ ਤਾਂ ਹੁਣ ਉਸਨੂੰ ਛੁਡਾਵੇ ਕਿਉਂਕਿ ਉਸਨੇ ਕਿਹਾ ਸੀ ਮੈਂ ਪਰਮੇਸ਼ਰ ਪੁੱਤਰ ਹਾਂ। ਔਰ ਉਹ ਡਾਕੂ ਜਿਹੜੇ ਉਸਦੇ ਨਾਲ ਸਲੀਬ ਤੇ ਚੜਾਏ ਗਏ ਸਨ ਇਸੇ ਤਰ੍ਹਾਂ ਉਸਨੂੰ ਗੋਲੀਆਂ ਮਾਰਦੇ ਸਨ। ਦੁਪਹਿਰਾਂ ਤੋਂ ਲੈ ਕੇ 30 ਪਹਿਰ ਤਾਈਂ ਸਾਰੀ ਧਰਤੀ ਤੇ ਹਨੇਰਾ ਰਿਹਾ। 30 ਪਹਿਰ ਯਿਸੂ ਨੇ ਉੱਚੀ ਆਵਾਜ਼ ਚ ਪੁਕਾਰਿਆ ਏਲੀ ਏਲੀ ਲਮਾ ਸਬਕਤਾਨੀ, ਜਿਸ ਦਾ ਅਰਥ ਇਹ ਹੈ ਕਿ ਹੇ ਮੇਰੇ ਪਰਮੇਸ਼ਰ, ਹੇ ਮੇਰੇ ਪਰਮੇਸ਼ਰ ਤੇ ਮੈਨੂੰ ਛੱਡ ਦਿੱਤਾ। ਤੇ ਕਿੰਨੇ ਉਹਨਾਂ ਵਿੱਚੋਂ ਜਿਹੜੇ ਸੀ ਬੜੇ ਸਨ ਬੋਲੇ ਇਹ ਏਲੀਆ ਨੂੰ ਵਾਜਾ ਮਾਰਦਾ। ਝੱਟ ਉਹਨਾਂ ਵਿੱਚ ਇੱਕ ਨੇ ਇਸ ਪੰਜ ਦੇ ਸਿੱਟਣਾ ਗਿਆ ਤੇ ਕੰਨ ਤੇ ਬੰਨ ਕੇ ਉਹਨੂੰ ਚੁਸਾਇਆ। ਹੋਰਾਂ ਆਖਿਆ ਰਹਿਣ ਦੇ, ਅਸੀਂ ਵੇਖੀਏ ਭਲਾ ਏਲੀਆ ਉਹਦੇ ਬਚਾਉਣ ਨੂੰ ਆਉਂਦਾ ਕਿ ਨਹੀਂ। ਉਸਨੇ ਫਿਰ ਉੱਚੀ ਆਵਾਜ਼ ਨਾਲ ਪੁਕਾਰ ਕੇ ਜਾਣ ਦਿੱਤੀ। ਔਰ ਵੇਖੋ ਹੈਕਲ ਦਾ ਪਰਦਾ ਉੱਤੋਂ ਲੈ ਕੇ ਹੇਠਾਂ ਸਾਈਂ ਪਾਟ ਕੇ
दो टोटे हो गया, धरती कंबी ते पत्थर चढ़े गए ते कब्रां खुल गई ते सुते हुए संतां बथेरियां लोथां उठाईयां गईयां ते जी उठण दे पिछों वो कब्रां दे विचों निकल के शहर दे अंदर चले गए ते बहुतियां नूं विखाई दित्ते। सूबेदार और जेहड़े उहदे नाल यीशु दी राखी करदे प्रचार दी सारी वार्ता वेख के बहुत डरे ते बोले ये सचमुच परमेश्वर दा पुत्तर सी। उत्थे बहुत औरतां दूरों देख रही सन जिहड़ियां यीशु दे नाल गलील तो उहदी टहल सेवा करदियां आईयां। उहनां विचों मरियम मगदलीनी ते यूसुफ ते यूसुस दी माता मरियम ते जबदी दे पुत्र दी माता भी सी। ਜਦੋਂ ਸਾਂਝ ਹੋਈ ਤੇ ਯੂਸਫ ਨਾਮੇ ਅਰਮੈਥਿਆ ਦਾ ਇੱਕ ਧਨੀ ਮਨੁੱਖ ਆਇਆ ਜਿਹੜਾ ਆਪ ਵੀ ਯਿਸੂ ਦਾ ਚੇਲਾ ਸੀ। ਉਸਨੇ ਪਿਲਾਤਸ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ। ਤਦ ਪਿਲਾਤਸ ਨੇ ਲੋਥ ਦੇਣ ਦਾ ਹੁਕਮ ਕੀਤਾ ਤੇ ਯੂਸਫ ਨੇ ਲੋਥ ਨੂੰ ਨਾਲ ਲੈ ਕੇ ਸਾਫ਼ ਮਹੀਨ ਕੱਪੜੇ ਵਿੱਚ ਵਲੇਟਿਆ ਤੇ ਆਪਣੀ ਨਵੀਂ ਕਬਰ ਦੇ ਅੰਦਰ ਰੱਖਿਆ ਜਿਹੜੀ ਉਸਦੇ ਪੱਥਰ ਵਿੱਚ ਖੁਦਵਾਈ ਸੀ ਤੇ ਭਾਰਾ ਪੱਥਰ ਕਬਰ ਦੇ ਮੂੰਹ ਉੱਤੋਂ ਰੇੜ ਕੇ ਚਲਾ ਗਿਆ ਤੇ ਮਰੀਮ ਮਗਦਲੀਨੀ ਔਰ ਦੂਜੀ ਮਰੀਮ ਵੀ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਸਨ। अगले भाग जो त्यारी के दिन तो पिछों सी प्रधान जाजक ते फरीसी इकट्ठे होकर पिलातस दे कोल आए ते बोले महाराज सानू याद है वो छलिया अपने आप नूं जिउंदे जी कह गया सी कि मैं 3 दिनां पिछों जी उठना, इसलिए हुक्म करो कि 3 दिन तक कबर दी राखी की जाए। किते उहदे चेले आण के उहनूं चोरी करके ले जाण ते लोकां नूं इह आखण कि वो मुर्दे विच झूठा पिछली भुल पहली भुल नालों बुरी होनी है। पिलातस ने उहनां नूं आखिया तुहाडे कोल पहरा है, जाओ ते जिस तरह समझ ते राखी कर लो। ਜਦੋਂ ਉਹ ਗਿਆ ਔਰ ਪਹਿਰੇ ਵਾਲਿਆਂ ਦੇ ਨਾਲ ਪੱਥਰ ਉੱਤੇ ਮੋਹਰ ਲਾ ਕੇ ਉਹਨਾਂ ਨੇ ਕਬਰ ਦੀ ਰਾਖੀ ਕਰਵਾਈ। ਅਸੀਂ ਇਹ ਜਿਹੜਾ ਚੈਪਟਰ ਹੈ 27ਵਾਂ ਇਹਦੇ ਵਿੱਚ ਦੇਖਿਆ ਕਿ ਇਹਦੇ ਵਿੱਚ ਪ੍ਰਭੂ ਦੀ ਸਲੀਬੀ ਮੌਤ ਜਿਹੜੀ ਆ ਹੋ ਗਈ ਆ। ਅਸੀਂ ਇਹਦੇ ਵਿੱਚ ਦੇਖਿਆ ਕਿ ਯਹੂਦਾ ਇਸਕਰਿਓਤੀ ਨੇ ਪੈਸੇ ਜਿਹੜੇ 30 ਰੁਪਈਆ ਲਈ ਉਹਨੂੰ ਵੇਚਿਆ ਸੀ ਉਹਦੇ ਉਹ ਕਿਸੇ ਕੰਮ ਨਹੀਂ ਆਏ। ਅਸੀਂ ਤੇ ਦੇਖਿਆ ਕਿ ਉਹ ਲਹੂ ਦਾ ਮੁੱਲ ਖੇਤ ਲੈਣ ਦੇ ਕੰਮ ਆਏ। ਇੱਥੇ ਅਸੀਂ ਦੇਖਿਆ ਕਿ ਖੁਦਾ ਯਿਸੂ ਮਸੀਹ ਦੇ ਲਹੂ ਦੇ ਨਾਲ ਅਸੀਂ ਸਾਰੇ ਜਿਹੜੇ ਬਖਸ਼ੇ ਗਏ ਆ ਤੇ ਉਹਨਾਂ ਦਾ ਲਹੂ ਤੇ ਜਿਹੜਾ ਆ ਉਹ ਅਹਿਦ ਦੇ ਸੰਦੂਕ ਦੇ ਉੱਤੇ ਜਿਹੜਾ ਬਹੁਤ ਥੱਲੇ ਰੱਖਿਆ ਗਿਆ ਸੀ ਉਹਦੇ ਉੱਤੇ ਜਾ ਕੇ ਡੁੱਲਿਆ। ਪਰ ਯਹੂਦਾ ਇਸਕਰਿਓਤੀ ਦਾ ਜਿਹੜਾ ਖੂਨ ਆ ਉਹਦੇ ਖੂਨ ਦਾ ਮੁੱਲ ਜਿਹੜਾ ਉਹਨਾਂ ਨੇ 30 ਰੁਪਏ ਜਿਹੜੇ ਉਹਨੇ ਵਾਪਸ ਦਿੱਤੇ ਉਸ ਮੁੱਦਾ ਨੇ ਤਾਂ ਖੇਤ ਖਰੀਦਿਆ। ਕੀ ਉਹਨੇ ਆ ਚਾਹਿਆ ਸੀ ਯਹੂਦਾ ਇਸਕਰਿਓਤੀ ਨੇ ਕਿ ਉਹ ਆਪਣੇ ਲਹੂ ਦੇ ਮੁੱਲ ਨਾਲ ਉੱਥੇ ਜਿਹੜੇ ਮਰੇ ਲੋਕੀ ਆ ਮਾਰਨ ਲਈ ਉਹਨਾਂ ਦੀਆਂ ਇੱਕ ਜਗ੍ਹਾ ਖਰੀਦਵੇ? ਨਹੀਂ ਨਾ ਜਾਣਦਾ ਸੀ ਉਹ ਕਿ ਉਹਨੇ ਉਹ 30 ਰੁਪਏ ਜਿਹੜੇ ਕਾਹਦੇ ਲਈ ਉਹਦੇ ਕਿਹੜੇ ਕੰਮ ਹੋਣੇ ਤੇ ਨਹੀਂ ਆਏ ਨਾ ਕਿਸੇ ਦੇ ਕੰਮ। ਇੱਥੇ ਅਸੀਂ ਖੁਦਾ ਯਿਸੂ ਮਸੀਹ ਦੇ ਨਾਲ ਉਹਦੀ ਨੇੜਤਾ ਦੇਖੀ ਆ। ਇੰਨੀ ਨੇੜਤਾ ਸੀਗੀ ਕਿ ਆਖਰ ਦਮ ਤੱਕ ਉਹਦੇ ਨਾਲ ਸੀ। ਬੇਲੀਆ ਕਹਿ ਕੇ ਉਹਨੂੰ ਬੁਲਾਇਆ, ਪੁਕਾਰਿਆ, ਗਲ ਲਾਇਆ, ਉਹਨੂੰ ਚੁੰਮਿਆ। ਪਰ ਇੱਥੇ ਦੇਖਿਆ ਕਿ ਡਿਫਰ ਕਿ ਯਹੂਦਾ ਇਸਕਰਿਓਤੀ ਆਪਣੇ ਆਪ ਨੂੰ ਨਹੀਂ ਬਚਾ ਸਕਿਆ। ਐਂਡ ਸਭ ਤੋਂ ਇੰਪੋਰਟੈਂਟ ਗੱਲ ਕਿ ਤੌਬਾ ਤੱਕ ਨਹੀਂ ਆ ਸਕਿਆ। ਖੁਦਾ ਯਿਸੂ ਮਸੀਹ ਆਖਿਰ ਦਮ ਤੱਕ ਵੀ ਜਦੋਂ ਉਹ ਫਾਹਾ ਵੀ ਲੈ ਰਿਹਾ ਸੀ, ਜਦੋਂ ਸਾਰੇ ਸਾਡੇ ਪਾਪਾਂ ਦਾ ਹਿਸਾਬ ਹੋ ਰਿਹਾ ਸੀ, ਉਹਦੇ ਵਿੱਚ ਯਹੂਦਾ ਇਸਕਰਿਓਤੀ ਦੇ ਪਾਪ ਦਾ ਹਿਸਾਬ ਵੀ ਹੋ ਸਕਦਾ ਸੀ ਅਗਰ ਉਹ ਉਸ ਵੇਲੇ ਦੀ ਤੌਬਾ ਕਰਦਾ। ਪਰ ਉਹਨੇ ਤੌਬਾ ਉਹਨੇ ਫਾਹਾ ਲੈ ਲਿਆ। ਸੋ ਉਹਦੇ ਕੋਲ ਸਹਾਰਾ ਨਹੀਂ ਗਈ ਜਿਹੜੀ ਜੋ ਉਹਨੇ ਕੀਤਾ ਉਹਦਾ ਭਾਰ ਉਹਦੇ ਕੋਲ ਚੁੱਕਿਆ ਨਹੀਂ ਗਿਆ, ਉਹਦਾ ਭਾਰ ਉਹਦੇ ਕੋਲੋਂ ਨਹੀਂ ਉਠਾਇਆ ਗਿਆ ਜਿਹਦੇ ਨਾਲ ਉਹਨੇ ਆਪਣਾ ਆਪ ਜਿਹੜਾ ਨਾ ਉਹ ਖਤਮ ਕੀਤਾ। ਹੁਣ ਇੱਕ ਕੁਰਬਾਨੀ ਨੇ ਸਾਰਿਆਂ ਦੀ ਜਾਨ ਨੂੰ ਬਚਾਈ ਆ ਕਿਉਂਕਿ ਉਹ ਖੁਦਾ ਯਿਸੂ ਮਸੀਹ ਦੀ ਕੁਰਬਾਨੀ ਆ। ਦੂਜੀ ਜਿਹੜੀ ਉਹਦੀ ਗਲਤੀ ਆ ਉਹਨੇ ਆਪਣੀ ਮੌਤ ਫਾਹਾ ਲਈ ਕੀਤੀ ਆ ਤੇ ਉਹ ਜਿਹੜੇ ਪੈਸੇ ਆ ਉਹਦੇ ਕਿਸੇ ਕੰਮ ਨਹੀਂ ਆਏ। ਹੁਣ ਇੱਥੇ ਅਸੀਂ ਇਹਦੇ ਮਤਲਬ ਦੇਖਿਆ ਕਿ ਹਰ ਕੋਈ ਜਿਹੜਾ ਉਹ ਤੌਬਾ ਤੱਕ ਨਹੀਂ ਪਹੁੰਚ ਸਕਦਾ ਤੇ ਇਹ ਨਹੀਂ ਕਿ ਖੁਦਾ ਨਹੀਂ ਚਾਹੁੰਦਾ ਕਿ ਹਰ ਕੋਈ ਤੌਬਾ ਤੱਕ ਪਹੁੰਚੇ। ਅਸੀਂ ਕੱਲ ਵੀ ਐਸੀ ਗੱਲ ਕੀਤੀ ਸੀ, ਖੁਦਾ ਦੇ ਨਾਲ ਬਹੁਤ ਲੋਕਾਂ ਦਾ ਜਿਹੜਾ ਉਹ ਆਪਣਾ ਅਲੱਗ ਰਿਸ਼ਤਾ ਹੈ ਕਿ ਉਹ ਸਾਰਾ ਟਾਈਮ ਹੀ ਖੁਦਾ ਨਾਲ ਗੱਲਾਂ ਕਰਦੇ ਰਹਿੰਦੇ ਆ। ਉਹ ਕੰਮ ਕਰਦੇ ਵੀ ਖੁਦਾ ਨਾਲ ਗੱਲਾਂ ਕਰਦੇ ਰਹਿੰਦੇ ਆ, ਉਹ ਰੋਟੀ ਖਾਂਦੇ ਵੀ ਖੁਦਾ ਨਾਲ ਗੱਲਾਂ ਕਰਦੇ ਰਹਿੰਦੇ ਆ। ਕਈ ਲੋਕ ਉਹਨਾਂ ਨੂੰ ਪਾਗਲ ਵੀ ਕਹਿੰਦੇ ਹੋਣਗੇ। ਉਹ ਹੱਸਦੇ ਖੇਡਦੇ ਨਹਾਉਂਦੇ ਧੋਂਦੇ ਹਰ ਵਕਤ ਖੁਦਾ ਨਾਲ ਗੱਲਾਂ ਕਰਦੇ ਰਹਿੰਦੇ ਤੇ ਖੁਦਾ ਕੋਲ ਪੁੱਛਦੇ ਰਹਿੰਦੇ ਤੇ ਆਪਣੇ ਖੁਦਾ ਨੂੰ ਦੱਸਦੇ ਰਹਿੰਦੇ।
ਪਰ ਇੱਥੇ ਅਸੀਂ ਦੇਖੀਏ ਕਿ ਜਦੋਂ ਤੁਹਾਡਾ ਖੁਦਾ ਦੇ ਨਾਲ ਰਿਸ਼ਤਾ ਹੈਗਾ ਹੈ ਤਾਂ ਤੁਹਾਨੂੰ ਹਰ ਕੰਮ ਕਰਨ ਤੋਂ ਪਹਿਲਾਂ ਬਚਾ ਲੈਂਦਾ ਹੈ, ਸਮਝਾ ਲੈਂਦਾ ਹੈ। ਬੇਸ਼ੱਕ ਸ਼ੈਤਾਨ ਤੁਹਾਨੂੰ ਅਸੀਂ ਦੇਖੀਏ ਕਿ ਕਿੰਨਾ ਔਖਾ ਮਤਲਬ ਸ਼ੈਤਾਨ ਤੁਹਾਨੂੰ ਔਖਾਈ ਦੇ ਵਿੱਚ ਪਾਉਣ ਦੀ ਕੋਸ਼ਿਸ਼ ਬਾਰ-ਬਾਰ ਕਰਦਾ ਰਹਿੰਦਾ ਕਿਉਂਕਿ ਖੁਦਾ ਯਿਸੂ ਮਸੀਹ ਨੇ ਇੱਥੇ ਅਸੀਂ ਦੇਖਿਆ ਕਿ ਮਤਲਬ ਅਸੀਂ ਉਹਨਾਂ ਨੂੰ ਕੋਈ ਐਵੇਂ ਬੇਸ਼ੱਕ ਯੂਦਾ ਇਸਕਰਿਓਤੀ ਨੂੰ ਆਖਰ ਤੱਕ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਆਖਰ ਤੱਕ ਹੀ ਉਹ ਸ਼ੈਤਾਨ ਦੇ ਹੱਥਾਂ ਦੇ ਵਿੱਚ ਮਤਲਬ ਗਿਆ ਤੇ ਜਿਹਦੇ ਕਰਕੇ ਫਿਰ ਉਹਨੂੰ ਸ਼ੈਤਾਨ ਦਾ ਫਲ ਵੀ ਮਿਲ ਗਿਆ, ਜਿਹੜਾ ਕਿ ਉਹ ਸਦਾ ਲਈ ਉੱਥੇ ਪਹੁੰਚ ਗਿਆ ਜੀ, ਜਿਹੜੀ ਉਹਨੇ ਰਾਹ ਬਣਾਇਆ ਉਹਦੇ ਉੱਤੇ ਤੁਰ ਪਿਆ ਐਂਡ ਉਸੇ ਉੱਤੇ ਤੁਰ ਕੇ ਉਹ ਨਰਕ ਦੇ ਵਿੱਚ ਉੱਥੇ ਪਹੁੰਚ ਗਿਆ ਨਾ। ਐਂਡ ਸਾਨੂੰ ਜਿਹੜਾ ਹਮੇਸ਼ਾ ਦੀ ਜ਼ਿੰਦਗੀ ਦੇ ਲਈ ਖੁਦਾਵੰਦ ਯਿਸੂ ਮਸੀਹ ਨੇ ਆਪਣਾ ਰਾਹ ਦਿੱਤਾ, ਆਪਣੇ ਆਪ ਨੂੰ ਸਲੀਬ ਮੌਤ ਦੇ ਮਤਲਬ ਸਾਨੂੰ ਦਿਖਾਈ ਤਿੰਨ ਦਿਨਾਂ ਬਾਅਦ ਜਦੋਂ ਉਹਨੂੰ ਆਣ ਕੇ ਕਿਹਾ। ਇੱਥੇ ਅਸੀਂ ਦੇਖਿਆ ਕਿ ਲੋਕੀ ਮਤਲਬ ਇੱਥੇ ਯੂਸੁਫ ਮਰਥਿਆ ਦਾ ਅਸੀਂ ਕੱਲ ਗੱਲ ਕੀਤੀ ਸੀ ਕਿ ਮਤਲਬ ਕਿ ਖੁਦਾਵੰਦ ਯਿਸੂ ਮਸੀਹ ਇਹ ਕਹਿ ਰਿਹਾ ਕਿ ਉੱਥੇ ਤੁਹਾਨੂੰ ਇੱਕ ਘਰ ਮਿਲੂਗਾ ਤੇ ਉੱਥੇ ਘਰ ਦੇ ਵਿੱਚ ਤੁਸੀਂ ਮਤੇ ਆਖਰ ਪੱਸਾ ਕਰਨਾ, ਤੁਸੀਂ ਉਹਨੂੰ ਜਾ ਕੇ ਕਹਿ ਦਿਓ ਕਿ ਸਾਡੇ ਖੁਦਾਵੰਦ ਯਿਸੂ ਮਸੀਹ ਉੱਥੋਂ ਦੇ ਲੋਕਾਂ ਦੇ ਨਾਲ ਜਿਹੜੇ ਨਹੀਂ ਉਹਨਾਂ ਨਾਲ ਤੁਰੇ, ਕਈ ਵਿੱਚ ਇਹੋ ਜਿਹੇ ਲੋਕੀ ਵੀ ਹੈਗੇ ਜਿਹੜੇ ਅੰਦਰੋਂ ਉਹਨਾਂ ਦੇ ਨਾਲ ਬਹੁਤ ਨੇੜੇ ਆ ਤੇ ਖੁਦਾਵੰਦ ਯਿਸੂ ਮਸੀਹ ਜਦੋਂ ਚਾਹੁੰਦਾ ਹੈ ਉਹ ਉਹਨਾਂ ਨੂੰ ਵੀ ਉਹ ਵਰਤ ਲੈਂਦਾ ਹੈ ਤੇ ਉਹ ਉਹਨਾਂ ਚਾਹੁੰਦਾ ਹੈ ਜਿਹੜੇ ਚਾਹੁੰਦੇ ਉਹਦੇ ਕੰਮ ਆਉਣਾ ਤੇ ਉਹਨਾਂ ਨੂੰ ਉਹ ਬਰਕਤ ਦੇ ਦਿੰਦਾ ਕੰਮ ਆਉਣ ਦੀ। ਪਰ ਇੱਥੇ ਅਸੀਂ ਯੂਸੁਫ ਮਰਥਿਆ ਦੇਖਿਆ ਕਿ ਜਿਹੜਾ ਮਤਲਬ ਖੁਦਾਵੰਦ ਯਿਸੂ ਮਸੀਹ ਦੀ ਜਿਹੜੀ ਲੋਥ ਆ ਉਹਨੂੰ ਲਾਸ਼ ਜਿਹੜੀ ਆ ਉਹਨੂੰ ਉੱਪਰੋਂ ਲਹਾਉਣ ਦੇ ਲਈ ਆਪਣੇ ਜਿਹੜੀ ਉਹਨੇ ਕਬਰ ਆ ਇੱਥੇ ਉਹ ਆਪਣਾ ਰੋਲ ਨਿਭਾਉਂਦਾ ਆ, ਉੱਥੇ ਉਹ ਆਪਣਾ ਪਾਰਟ ਅਦਾ ਕਰਦਾ। ਤੇ ਤੁਹਾਨੂੰ ਦੱਸਦੀ ਜਾਵਾਂ ਯੂਸੁਫ ਮਰਥਿਆ ਜਿਹੜਾ ਉਹਦੀ ਜਿਹੜੀ ਕਬਰ ਹੈ ਉਹ ਇੱਥੇ ਇੰਗਲੈਂਡ ਦੇ ਵਿੱਚ ਸਾਡੇ ਕੋਲੇ ਨਿਊਕਾਸਲ ਦੇ ਵਿੱਚ ਹੈਗਾ। ਨਿਊਕਾਸਲ ਟਾਊਨ ਆ ਜਿਹੜਾ ਕਿ ਮੇਰਾ ਉਹ ਹੋਮ ਟਾਊਨ ਹੈ ਕਿਉਂਕਿ ਮੇਰੇ ਪਾਪਾ ਨਿਊਕਾਸਲ ਦੇ ਵਿੱਚ ਤੇ ਅਸੀਂ ਨਿਊਕਾਸਲ ਦੇ ਵਿੱਚ ਮਤਲਬ ਸਾਡੀ ਅਸੀਂ ਸਿਚੁਏਟਡ ਹੈਗੇ ਸੀ ਇੰਡੀਆ ਦੇ ਵਿੱਚ ਜਾਣ ਤੋਂ ਵੀ ਪਹਿਲੇ ਨਿਊਕਾਸਲ ਤੋਂ। ਸੋ ਇਹ ਕੋਈ ਵੱਡੀ ਗੱਲ ਨਹੀਂ, ਪਰ ਵੱਡੀ ਗੱਲ ਇਹ ਆ ਕਿ ਇੰਗਲੈਂਡ ਦੇ ਵਿੱਚ ਸਭ ਤੋਂ ਪਹਿਲੇ ਜਿਹੜਾ ਵਚਨ ਹੈ ਉਹ ਯੂਸੁਫ ਮਰਥਿਆ ਲੱਗਿਆ, ਉਹੀ ਯੂਸੁਫ ਮਰਥਿਆ ਜਿਹਨੇ ਇੱਥੇ ਖੁਦਾਵੰਦ ਯਿਸੂ ਮਸੀਹ ਦੀ ਲੋਥ ਮੰਗੀ ਆ ਲਾਤਸ ਕੋਲੋਂ ਕਿ ਮੈਨੂੰ ਦੇ ਦਿਓ। ਸੋ ਖੁਦਾ ਦੇ ਨਾਲ ਉਹਦਾ ਕਿੱਦਾਂ ਦਾ ਰਿਸ਼ਤਾ ਸੀ? ਉਹ 12 ਚੇਲਿਆਂ ਵਿੱਚੋਂ ਇੱਕ ਤਾਂ ਨਹੀਂ ਸੀ, ਪਰ ਉਹਨੇ ਵਚਨ ਇੱਥੇ ਲੈ ਕੇ ਆਂਦਾ ਹੈ। ਅਸੀਂ ਇਹਦੇ ਵਿੱਚੋਂ ਮਤਲਬ ਇਹ ਚੀਜ਼ ਦੇਖੀ, ਅਸੀਂ ਹੋਰ ਵੀ ਕਾਫੀ ਚੀਜ਼ਾਂ ਦੇਖਦੇ ਹਾਂ ਕਿ ਮਤਲਬ ਖੁਦਾਵੰਦ ਯਿਸੂ ਮਸੀਹ ਨਾਲ ਇੱਕ ਹੋਰ ਬੰਦੇ ਦਾ ਰਿਸ਼ਤਾ ਵੀ ਹੈਗਾ। ਤੁਸੀਂ ਸ਼ਾਇਦ ਇਹਦੇ ਵਿੱਚ ਸੁਣਿਆ ਜਦੋਂ ਮੈਂ ਪੜ੍ਹ ਰਹੀ ਸੀਗੀ ਕਿ ਸ਼ਮੂਨ ਨਾਮੀ ਇੱਕ ਕੁਰੇਨੀ ਆਦਮੀ ਉਹਨੇ ਕੀ ਕੀਤਾ, ਵਗਾਰਿਆਂ ਨੂੰ ਪਕੜਿਆ ਕਿ ਉਸ ਯਿਸੂ ਦੀ ਸਲੀਬ ਚੁੱਕ ਕੇ ਚੱਲਿਆ। ਜਦੋਂ ਯਿਸੂ ਆਪਣੀ ਸਲੀਬ ਨਹੀਂ ਸੀ ਚੁੱਕਿਆ, ਸਾਡੀਆਂ ਮੁਸ਼ਕਿਲਾਂ ਵੀ ਕੋਈ ਹੋਰ ਲੈ ਕੇ ਜਾਂਦੀ, ਅਸੀਂ ਥੱਕ ਜਾਂਦੇ ਹਾਂ, ਟੁੱਟ ਜਾਂਦੇ ਹਾਂ ਜਦੋਂ ਅਸੀਂ ਕਾਬਲ ਨਹੀਂ ਹੁੰਦੇ। ਤੇ ਕਦੇ ਕਦੇ ਅਸੀਂ ਦੇਖਦੇ ਕਿ ਵਾਕਈ ਕੋਈ ਇਸ ਤਰ੍ਹਾਂ ਦੇ ਲੋਕੀ ਸਾਡੀ ਜ਼ਿੰਦਗੀ 'ਚ ਖੁਦਾ ਭੇਜ ਦਿੰਦਾ ਜਿਹੜੇ ਫਿਰ ਉਸ ਵੇਲੇ ਸਾਡੀਆਂ ਮੁਸ਼ਕਿਲਾਂ ਦਾ ਭਾਰ ਲੈ ਕੇ ਸਾਡੇ ਨਾਲ ਚੱਲਣ। ਤਾਂ ਇਸ ਤਰ੍ਹਾਂ ਮਤਲਬ ਇੱਥੇ ਅਸੀਂ ਇਸ ਤੋਂ ਬਿਨਾਂ ਤਾਂ ਹੋਰ ਕੋਈ ਕੰਮ ਨਹੀਂ ਦੇਖਦੇ। ਉਹਦਾ ਇੰਨਾ ਹੀ ਕੰਮ ਸੀ ਕਿ ਉਹ ਯਿਸੂ ਦੀ ਸਲੀਬ ਚੁੱਕ ਕੇ ਤੁਰਿਆ। ਏਦਾਂ ਹੀ ਅਸੀਂ ਉਸ ਪਰਸਨ ਦਾ ਜਿਹੜਾ ਕੱਲ ਪੜਿਆ ਸੀ ਕੋਈ ਹੋਰ ਕੰਮ ਨਹੀਂ ਦੇਖਦੇ ਕਿ ਵੀ ਉਹ ਅਸੀਂ ਇੰਨਾ ਹੀ ਦੇਖਿਆ ਕਿ ਇੱਕ ਘਰ ਸੀਗਾ ਤੇ ਜਿਹਦੇ ਚ ਖੁਦਾਵੰਦ ਯਿਸੂ ਮਸੀਹ ਦਾ ਉਹਨਾਂ ਨਾਲ ਰਿਸ਼ਤਾ ਸੀ। ਮੈਂ ਰਿਸ਼ਤੇ ਤੋਂ ਬਿਨਾਂ ਕਿੱਦਾਂ ਕਿਸੇ ਨੂੰ ਕਹਿ ਸਕਦੀ ਹਾਂ ਕਿ ਫਲਾਣੇ ਦੇ ਘਰੇ ਜਾ ਕੇ ਤੁਸੀਂ ਆਹ ਚੀਜ਼ ਕਹਿ ਦਿਓ, ਉਹ ਕਰ ਦੇਣਗੇ। ਅਗਰ ਮੇਰਾ ਰਿਸ਼ਤਾ ਹੋਊਗਾ, ਮੈਨੂੰ ਪਤਾ ਹੋਊਗਾ ਉਹਨਾਂ ਨੂੰ ਮੇਰਾ ਪਤਾ ਹੋਊਗਾ, ਉਹ ਕਰ ਦੇਣਗੇ ਨਾ। ਰਿਸ਼ਤਾ ਸੀ ਉਹਨਾਂ ਦਾ ਤੇ ਉਹਨਾਂ ਨੇ ਉੱਥੇ ਆਖਰ ਪੱਸਾ ਕਰਵਾਇਆ, ਆਖਰ ਭੋਜ ਕਰਵਾਇਆ ਹਨਾ। ਹੁਣ ਇੱਥੇ ਯੂਸੁਫ ਮਰਥਿਆ ਦਾ ਰਿਸ਼ਤਾ ਹੈ ਖੁਦਾ ਦੇ ਨਾਲ, ਜਿਹਦੇ ਕਰਕੇ ਉਹਨੇ ਉਹਦੀ ਲੋਥ ਮੰਗ ਲਈ ਕਿ ਮੈਨੂੰ ਦਿਓ, ਮੈਂ ਇਹਨੂੰ ਸੰਭਾਲਣਾ ਤੇ ਮੇਰਾ ਬਾਕੀ ਦਾ ਜਿਹੜਾ ਕੰਮ ਹੈ ਇੱਥੋਂ ਤੱਕ ਜਿੱਥੋਂ ਤੱਕ ਜਿਹੜਾ ਮੇਰਾ ਹਿੱਸਾ ਮੈਨੂੰ ਕਰਨ ਦਿਓ। ਇਹਦਾ ਇੰਨਾ ਹਿੱਸਾ ਸੀ, ਉਹਨੂੰ ਵਗਾਰੇ ਫੜਿਆ। ਇਹਦੀ ਇੰਨੀ ਅਵੇਲੇਬਿਲਿਟੀ ਸੀ ਕਿ ਇਹਨੇ ਉਹਨੂੰ ਜਿਹੜਾ ਨਾ ਮਤਲਬ ਸਲੀਬ ਨੂੰ ਉਹਨਾਂ ਦੀ ਜਿਹਨੂੰ ਚੁੱਕ ਕੇ ਲੈ ਕੇ ਗਿਆ। ਕਈ ਵਾਰੀ ਅਸੀਂ ਇਹ ਨਹੀਂ ਇਸ ਭੁੱਲ ਦੇ ਵਿੱਚ ਬਹਿ ਜਾਂਦੇ ਕਿ ਅਸੀਂ ਕਈ ਵਾਰੀ ਆਪਣਾ ਵਕਤ ਨਹੀਂ ਪਛਾਣਦੇ ਹੁੰਦੇ ਕਿ ਸਾਡਾ ਕਿਸੇ ਦੇ ਨਾਲ ਕਿੰਨਾ ਵਕਤ ਆ। ਕਈ ਵਾਰੀ ਸਾਡਾ ਰਿਸ਼ਤਾ ਜਿਹੜਾ ਨਾ ਉਹ ਜਿੰਨਾ ਹੁੰਦਾ ਅਸੀਂ ਉਦੋਂ ਜ਼ਿਆਦਾ ਉਹਨੂੰ ਮਤਲਬ ਜਾਣ ਬੁੱਝ ਕੇ ਅਸੀਂ ਜ਼ਿਆਦਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ, ਦੂਜਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਖੁਦਾ ਦੀ ਮਰਜ਼ੀ ਨੂੰ ਭੁੱਲ ਜਾਂਦੇ ਹਾਂ ਨਾ। ਕਈ ਵਾਰੀ ਸਾਡਾ ਸਿਰਫ ਥੋੜਾ ਓਨਾ ਹੀ ਰਿਸ਼ਤਾ ਹੁੰਦਾ ਹੈ ਕਿ ਕਿਸੇ ਨੂੰ ਮਰਮ ਪੱਟੀ ਕਰਕੇ ਉਹਨੂੰ ਹੀਲ ਕਰਕੇ ਤੇ ਬਸ
ਉਹਨੂੰ ਆਪਣੇ ਪੈਰਾਂ ਤੇ ਖੜੇ ਕਰਕੇ ਉਹਨੂੰ ਉਹਦਾ ਰਾਹ ਦੱਸਣਾ ਕਿ ਫਲਾਨੀ ਜਗ੍ਹਾ ਉੱਥੇ ਜਾਂਦੇ। ਕਈ ਵਾਰੀ ਸਾਡਾ ਇੰਨੇ ਰਿਸ਼ਤੇਦਾਰ ਕਿਸੇ ਨੂੰ ਬੱਸ ਦੱਸਣੀ ਕਿ ਇੰਨੀ ਫਲਾਨੀ ਬੱਸ ਆਈ ਆ ਤੇ ਆਪ ਇੱਥੇ ਆ ਫਲਾਨੀ ਬੱਸ ਜਾਂਦੀ ਆ, ਬਸ ਇੰਨੇ ਨੰਬਰ ਦੀ ਬੱਸ ਤੁਹਾਨੂੰ ਉੱਥੇ ਲੈ ਕੇ ਜਾਊਗੀ। ਅਸੀਂ ਨਾ ਜਦੋਂ ਕੈਰੀਡ ਅਵੇ ਹੋ ਜਾਂਦੇ ਨਾ ਕਿਸੇ ਦੇ ਨਾਲ ਜਾਣ ਕੇ ਆਪਣੇ ਰਿਸ਼ਤੇ ਨੂੰ ਜ਼ਿਆਦਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਉਦੋਂ ਬਹੁਤ ਵੱਡੀ ਕੀਮਤ ਅਰਲੀ ਉਹਨੂੰ ਦੱਸਿਆ ਸੀ ਅਸੀਂ ਠੋਕਰ ਖਾਂਦੇ ਹਾਂ ਤੇ ਦੂਸਰੇ ਪਰਸਨ ਦਾ ਜਿਹੜੀ ਉਹਦੀ ਜ਼ਿੰਦਗੀ ਦਾ ਇੱਕ ਮਕਸਦ ਹੋਵੇ ਅਸੀਂ ਕਈ ਵਾਰ ਉਹਦੇ ਬਿਨਾਂ ਵਜ੍ਹਾ ਬੇਮਕਸਦ ਹੀ ਉਹਦੀ ਜ਼ਿੰਦਗੀ ਦੇ ਮਕਸਦ ਨੂੰ ਖਰਾਬ ਕਰ ਦਿੰਦੇ ਹਾਂ, ਹਨਾ। ਪਰ ਫਿਰ ਵੀ ਜਿਹੜਾ ਖੁਦਾਵੰਦ ਯਿਸੂ ਮਸੀਹ ਦਾ ਸੁਣਿਆ ਹੈ ਸਾਨੂੰ, ਉਹ ਇਸ ਤੇ ਮਤਲਬ ਕੰਪਲੀਟਲੀ ਜਿਹੜਾ ਨਾ ਸਾਡੇ ਜ਼ਿੰਦਗੀ ਦੇ ਵਿੱਚ ਪੂਰਾ ਅਸਰ ਕਰਨਾ ਚਾਹੀਦਾ, ਸਾਨੂੰ ਢੱਕ ਲੈਂਦਾ ਆ ਇਹ ਕਹਿ ਕੇ ਤੁਹਾਡਾ ਹਿਸਾਬ ਲਿਆ ਜਾਣਾ ਕਿ ਤੁਸੀਂ, ਮੈਂ ਜਦੋਂ ਭੁੱਖਾ ਸੀ ਤੁਸੀਂ ਮੈਨੂੰ ਖਾਣਾ ਨਹੀਂ ਖਿਲਾਇਆ, ਜਦੋਂ ਮੈਂ ਮਤਲਬ ਕਹਿੰਦੀ ਸੀ ਤੁਸੀਂ ਮੈਨੂੰ ਨਹੀਂ ਮਿਲਣ ਆਏ, ਜਦੋਂ ਮੈਂ ਮਤਲਬ ਪਿਆਸਾ ਸੀ ਤੁਸੀਂ ਮੈਨੂੰ ਪਾਣੀ ਨਹੀਂ ਪਿਲਾਇਆ, ਤੇ ਨੰਗਾ ਸੀ ਤੁਸੀਂ ਮੈਨੂੰ ਕੁਛ ਨਹੀਂ ਪਹਿਨਾਇਆ। ਮਤਲਬ ਸਾਡੀ ਭੁੱਖ ਦਾ, ਪਿਆਸ ਦਾ, ਕੈਦ ਦਾ, ਕੱਪੜੇ ਦਾ ਆਪਣੇ ਮੁਤਾਬਿਕ ਉਹ ਜ਼ਰੂਰਤ ਦਾ ਉਹੀ ਰਿਸ਼ਤਾ ਹੁੰਦਾ ਜਿਹੜਾ ਅਸੀਂ ਅਪਣਾਉਣਾ ਹੁੰਦਾ ਤੇ ਜਿਹਨੂੰ ਅਸੀਂ ਉਹਨੂੰ ਪੂਰਾ ਕਰਨਾ ਹੁੰਦਾ। ਬਾਕੀ ਦਾ ਕੰਮ ਅਸੀਂ ਜਿਸ ਤਰ੍ਹਾਂ ਬਿਲਕੁਲ ਟੀਚਰਸ ਦੇ ਅੱਗੇ ਜਾ ਕੇ ਮੈਨੂੰ ਬੱਚਾ ਫੜ ਜਾਂਦਾ ਕਿ ਜਿੰਨਾ ਉਹਨੂੰ ਕੰਮ ਦਿੱਤਾ ਹੁੰਦਾ ਅਸਾਈਨਮੈਂਟ ਉਹ ਆਪਣੀ ਪੂਰੀ ਕਰਕੇ ਸਾਨੂੰ ਕਹਿੰਦਾ ਜੀ ਮੈਡਮ ਜਾਂ ਜੀ ਮਿਸ ਜਾਂ ਜੀ ਸਰ, ਨਾ ਉਹ ਫਿਰ ਉਹਨੂੰ ਪੜ੍ਹ ਲੈਂਦਾ, ਦੇਖ ਲੈਂਦਾ, ਜੇ ਕੋਈ ਗਲਤੀ ਹੈ ਤਾਂ ਗਲਤੀ ਕਰ ਦਿੰਦਾ, ਨਹੀਂ ਗਲਤੀ ਹੁੰਦੀ ਕਹਿੰਦਾ ਓਕੇ ਸਿੱਧਾ ਕੰਮ, ਹਨਾ। ਫਿਰ ਦੂਸਰੇ ਨੂੰ ਦੇਖਣਾ ਸ਼ੁਰੂ ਕਰਨਾ। ਸੋ ਸਾਨੂੰ ਅਸੀਂ ਜਿਹੜਾ ਅੱਜ ਦਾ ਜੀ ਇਹਦੀ ਜਿਹੜੀ ਹੈਗੀ ਆ ਅਸੀਂ ਉਲਟਾ ਬਹੁਤ ਅੱਛੇ ਤਰੀਕੇ ਨਾਲ ਕੀਤਾ ਹੈ। ਐਂਡ ਅਗਰ ਅਸੀਂ ਇਹਦੇ ਵਿੱਚ ਵੀ ਮਤਲਬ ਇਹਦੀ ਦੇਖ ਲਈਏ ਤੇ ਉਹ ਮਤਲਬ ਅਸੀਂ ਇਹਦੇ 'ਚ ਸਾਫ਼ ਸਾਨੂੰ ਨਜ਼ਰ ਆਉਂਦਾ ਆ ਕਿ ਅਗਰ ਅਸੀਂ ਦੇਖਦੇ ਹਾਂ ਕਿ ਜਿਹੜਾ ਜੂਡਾਸ ਦੇ ਉਹਦੇ ਵਿੱਚ ਨਾ ਇੱਕ ਰਿਮੋਰਸ ਜਿਹਨੂੰ ਕਹਿੰਦੇ ਆ ਕਿ ਮਤਲਬ ਇੱਕ ਤਾਂ ਹੁੰਦਾ ਤਰਸ, ਦੂਜਾ ਹੁੰਦਾ ਹੈ ਕਿ ਅਫਸੋਸ, ਹਨਾ। ਤਰਸ ਤੇ ਅਫਸੋਸ ਦੇ ਵਿੱਚ ਤੇ ਤੌਬਾ ਦੇ ਵਿੱਚ ਇਹ ਤਿੰਨੋਂ ਇੱਕ ਸਟੈਪਸ ਹੈਗੇ ਆ। ਅਸੀਂ ਇੱਥੇ ਦੇਖਦੇ ਕਿ ਯਹੂਦਾ ਨੂੰ ਉਹ ਤਿੰਨੋਂ ਸਟੈਪਸ ਦੀ ਸਮਝ ਨਹੀਂ ਹੈਗੀ, ਜਿਹਦੇ ਕਰਕੇ ਉਹਨੇ ਫਾਹਾ ਲਿਆ, ਉਹਨੂੰ ਫਾਹੇ ਤੱਕ ਪਹੁੰਚ ਗਿਆ। ਤਰਸ ਪਹਿਲੀ ਸਥਿਤੀ ਆ ਜਦੋਂ ਤੁਸੀਂ ਕਿਸੇ ਸਿਚੁਏਸ਼ਨ ਉੱਤੇ ਤਰਸ ਤੁਹਾਨੂੰ ਆਉਂਦਾ ਆ। ਅਫਸੋਸ ਤੁਸੀਂ ਸਮਝਦੇ ਆ ਕਿ ਇਹ ਜਿਹੜਾ ਲਾਸ ਆ, ਮਤਲਬ ਜਿਹੜੀ ਉਸ ਤੋਂ ਨੁਕਸਾਨ ਉਸ ਸਿਚੁਏਸ਼ਨ ਤੋਂ ਹੋ ਰਿਹਾ ਹੁੰਦਾ, ਉਹਦਾ ਤੁਹਾਨੂੰ ਅਫਸੋਸ ਹੁੰਦਾ। ਤੇ ਜਿਹੜੀ ਅਸੀਂ ਦੇਖਦੇ ਕਿ ਤੌਬਾ ਉਹਨਾਂ ਦੋਨਾਂ ਸਿਚੁਏਸ਼ਨ ਤੋਂ ਉੱਪਰ ਦੀ ਗੱਲ ਆ, ਜਿਹੜੀ ਕਿ ਤੁਹਾਨੂੰ ਐਕਚੁਅਲੀ ਉਸ ਜਿਹੜੀ ਪਹਿਲੀ ਗੱਲ ਹੋਈ ਤਰਸ ਤੋਂ ਪੈਦਾ ਹੋਇਆ ਜਿਹੜਾ ਨੁਕਸਾਨ ਤੋਂ ਜਿਹੜਾ ਅਫਸੋਸ ਦੀ ਰੀਅਲਾਈਜੇਸ਼ਨ ਤੁਹਾਨੂੰ ਤੌਬਾ ਵੱਲ ਲੈ ਕੇ ਜਾਂਦੀ ਤਾਂ ਕਿ ਤੁਸੀਂ ਮੁੜ ਕੇ ਨਾ ਉਸ ਨੁਕਸਾਨ ਵੱਲ ਨਾ ਜਾ ਸਕੋ, ਮੁੜ ਕੇ ਉਸ ਨੁਕਸਾਨ ਨੂੰ ਨਾ ਉਠਾ ਸਕੋ, ਤੁਹਾਨੂੰ ਸਹਿਣਾ ਨਾ ਪਵੇ ਨੁਕਸਾਨ, ਨਾ ਲਾਸ ਦਾ। ਤੇ ਇੱਥੇ ਸਾਨੂੰ ਹੁੰਦਾ ਕਿ ਉਹਨੂੰ ਉਹਦੇ ਵਿੱਚ ਤਿੰਨ ਚੀਜ਼ਾਂ ਨਹੀਂ ਸੀ, ਜਿਹਦੇ ਕਰਕੇ ਜਿਹੜੀ ਉਹਨੂੰ ਫੀਲਿੰਗ ਹੋਈ ਬਾਅਦ ਵਿੱਚ ਕਿ ਉਹ ਟੂ ਲੇਟ ਹੋ ਚੁੱਕਿਆ ਸੀ, ਜਦੋਂ ਉਹਨੇ ਰੀਅਲਾਈਜੇਸ਼ਨ ਜਿਹੜੀ ਹੁੰਦੀ ਆ ਉਹ ਮਤਲਬ ਉਹ ਟੂ ਲੇਟ ਸੀ ਜਦੋਂ ਉਹਨੇ ਜਾ ਕੇ ਉਹ ਕੀਤਾ, ਹਨਾ। ਅਸੀਂ ਅੱਗੇ ਦੇਖਦੇ ਹਾਂ ਕਿ ਮਤਲਬ ਜਦੋਂ ਕਹਿੰਦਾ ਕਿ ਮੈਂ ਇੱਕ ਜਿਹੜਾ ਉਹ ਇਨੋਸੈਂਟ ਭਾਵ ਮੈਂ ਇੱਕ ਬਿਨਾਂ ਗੁਨਾਹ ਤੋਂ ਜਿਹੜਾ ਕਿ ਮੈਂ ਇੱਕ ਬਹੁਤ ਅੱਛਾ ਖੂਨ ਸੀ ਜਿਹੜਾ ਨਾ ਮਾਸੂਮੀਅਤ ਨਾਲ ਭਰਿਆ ਹੋਇਆ ਜਿਹੜਾ ਖੂਨ ਮੈਂ ਉਹਨੂੰ ਵੀ ਉਹਦੇ ਖਿਲਾਫ ਮੇਰਾ ਕੀਤਾ ਹੈ। ਅਸੀਂ ਇਹਨੂੰ ਜ਼ਕਰਿਆ ਦੀ 11ਵੇਂ ਚੈਪਟਰ ਦੀ 13ਵੀਂ ਆਇਤ ਵਿੱਚ ਵੀ ਪੜ੍ਹ ਸਕਦੇ ਹਾਂ ਕਿ ਜਿੱਥੇ ਉਹ ਕਹਿੰਦਾ ਕਿ ਉਹਨੇ 30 ਸਿੱਕਿਆਂ ਲਈ ਸਿਰਫ ਆਪਣੇ ਮਤਲਬ ਉਹਨੇ ਇੰਨੀ ਵੱਡੀ ਜਿਹੜੀ ਹੈਗੀ ਆ ਪੇਨ ਉਹਨੇ 30 ਸਿੱਕਿਆਂ ਵਾਸਤੇ ਖਰੀਦ ਲਈ, ਇੰਨਾ ਵੱਡਾ ਨੁਕਸਾਨ ਖਰੀਦ ਲਿਆ, ਇੰਨੀ ਵੱਡੀ ਮਤਲਬ ਜਿਹੜੀ ਉਹਨੇ ਬਦਖੋਈ ਖਰੀਦ ਲਈ ਨਾ। ਤੇ ਮੈਨੂੰ ਮੇਰੇ ਗੀਤ ਚੇਤੇ ਆਉਂਦਾ ਯਿਸੂ ਤੇਰੀ ਮਾਸੂਮਤਾ, ਪਰ ਉਹ ਜਿਹੜੀ ਮਾਸੂਮਤਾ ਉਹ ਹੋ ਰਿਹਾ ਹਨਾ ਕਦੋਂ ਜਾਣਦੀ ਗੁਨਾਹ, ਕਿਉਂਕਿ ਜਿਹੜੇ ਗੁਨਾਹ ਜਾਣੇ ਵੀ ਨਾ ਧੋਂਦੀ ਜਗਤ ਦਾ ਪਾਪ ਖੁਦ ਪਲੀਤ ਹੋ ਗਈ। ਮੇਰੀ ਜਦੋਂ ਮੇਰੇ ਅਸੂ ਨਾਲ ਪ੍ਰੀਤ ਹੋ ਗਈ, ਮੈਂ ਬੇਤਾਲ ਬੇਸੁਰੀ ਬਿਸਰ ਗੀਤ ਹੋ ਗਈ। ਯਸੂ ਤੇਰੀ ਮਾਸੂਮਤਾ ਕਦੋਂ ਜਾਣਦੀ ਗੁਨਾਹ, ਧੋਂਦੀ ਜਗਤ ਦੇ ਪਾਪ ਖੁਦ
ਭੁੱਲੀ ਤੇ ਹੋ ਗਈ। ਇੱਥੇ ਅਸੀਂ ਦੇਖਿਆ ਕਿ ਖੁਦਾ ਵੀ ਯਿਸੂ ਮਸੀਹ ਦੀ ਜਿਹੜੀ ਮਾਸੂਮਤਾ ਪਿਆਰ, ਇੱਥੇ ਜਿਹੜਾ ਇਨੋਸੈਂਟ ਬਲੱਡ ਉਹਦਾ, ਜਿਹਨੂੰ ਉਹਨੇ ਮਤਲਬ ਜਿਹਦੇ ਖਿਲਾਫ ਉਹਨੇ ਗੁਨਾਹ ਕੀਤਾ, ਉਹਨੂੰ ਫਾਹੇ ਤੱਕ ਲੈ ਕੇ ਗਿਆ ਹਨਾ। ਅਸੀਂ ਜ਼ਕਰਿਆ 11 ਦੀ 13 ਚ ਵੀ ਪੜ੍ਹ ਸਕਦੇ ਹਾਂ। ਅੱਗੇ ਅਸੀਂ ਦੇਖਦੇ ਹਾਂ ਕਿ ਮਤਲਬ ਐਕਸਡਸ ਜਿਹਨੂੰ ਖਰੂਚ ਦੇ 21ਵੇਂ ਚੈਪਟਰ ਦੀ 32ਵੀਂ ਆਇਤ ਦੇ ਵਿੱਚ ਵੀ ਸਾਨੂੰ ਇੱਥੇ ਸਮਝ ਪੈਂਦੀ ਹੈ ਕਿ ਜਿਹੜੇ ਮਤਲਬ ਪੈਸੇ ਨਾਲ ਕਾਮਯਾਬੀ ਨਾਲ, ਜਿਹੜੇ ਅਸੀਂ ਸ਼ੋਹਰਤ ਦੇ ਨਾਲ ਹਨਾ, ਜਿਹੜਾ ਲੋਕਾਂ ਦੀ ਇੱਕ ਅਡਿਕਸ਼ਨ ਆ, ਲੋਕੀ ਐਡਿਕਟ ਹੋ ਜਾਂਦੇ ਆ ਇਹਨਾਂ ਚੀਜ਼ਾਂ ਦੇ ਨਾਲ, ਉਹਨਾਂ ਦੇ ਵਿੱਚ ਉਹਨਾਂ ਦੇ ਅੰਦਰ ਜਿਹੜੀ ਇੱਕ ਜਨੂਨ ਪੈਦਾ ਹੁੰਦਾ ਹੈ ਨਾ, ਉਹ ਇਨਸਾਨ ਨੂੰ ਏਦਾਂ ਦੀਆਂ ਗਲਤੀਆਂ ਕਰਾਉਂਦਾ ਜਿਹੜੀ ਜੋ ਦਾਸ ਕਰਜੋਤੀ ਨੇ ਕੀਤੀ ਆ। ਕਿਉਂਕਿ ਅਸੀਂ ਪਿੱਛੇ ਵੀ ਦੇਖਿਆ ਨਾ, ਉਹ ਖਜ਼ਾਨਚੀ ਸੀਗਾ, ਹਿਸਾਬ ਕਿਤਾਬ ਰੱਖਣ ਵਾਲਾ, ਪੈਸੇ ਦਾ ਉਹਨੂੰ ਪਿਆਰ ਸੀ ਹਨਾ, ਤੇ ਉਹਨੇ ਮੇਰੇ ਮਤਲਬ ਨੂੰ ਕਿਹਾ ਕਿ ਆ ਇੰਨਾ ਬੜਾ ਮਹਿੰਗੇ ਮੁੱਲ ਦਾ ਪੱਥਰ ਤੁਸੀਂ ਡੋਲ ਕੇ ਕੀ ਕੀਤਾ ਹਨਾ, ਤੇ ਸਾਰੇ ਤੁਸੀਂ ਕੰਗਾਲਾਂ ਨੂੰ ਅੱਖ ਖਾਣਾ ਜਿਹੜਾ ਖਵਾਇਆ ਜਾ ਸਕਦਾ ਸੀ। ਖਾਣੇ ਤੋਂ ਗੱਲ ਫਿਰ ਮੁੜ ਕੇ ਉੱਥੇ ਆ ਗਈ ਕਿ ਗਰੀਬੀ, ਗੁਰਬਤ ਤੇ ਖਾਣਾ, ਤਿੰਨੋਂ ਗੱਲਾਂ ਯਾਦ ਰਹੀਆਂ। ਲੂਣ ਤੇਲ ਲੱਕੜੀਆਂ ਭੁੱਲ ਗਿਆ, ਸਾਰਾ ਕੁਝ ਭੁੱਲ ਗਿਆ, ਤਿੰਨ ਗੱਲਾਂ ਯਾਦ ਰਹੀਆਂ, ਲੂਣ ਤੇਲ ਲੱਕੜੀਆਂ ਹਨਾ। ਸੋ ਇੱਥੋਂ ਉੱਪਰ ਉੱਠਣ ਦੀ ਲੋੜ ਆ, ਲੂਣ ਤੇਲ ਲੱਕੜੀਆਂ ਤੋਂ ਉੱਪਰ ਉੱਠਣ ਦੀ ਲੋੜ ਹੈਗੀ ਆ ਹੁੰਦੀ ਹਨਾ। ਫਿਰ ਜਦੋਂ ਉਹਨਾਂ ਨੂੰ ਕਿਹਾ ਕਿ ਤੂੰ ਮਤਲਬ ਯਹੂਦੀਆਂ ਦਾ ਬਾਦਸ਼ਾਹ ਹੈ, ਤੇ ਦੇਖੋ ਮਤਲਬ ਫਿਰ ਇੱਥੇ ਯਸਾਇਆ ਦੀ ਜਿਹੜੀ ਕੀਤੀ ਹੋਈ ਪ੍ਰੋਫੈਸੀ ਹੈਗੀ ਸੀਗੀ, ਉਹਦੇ 53ਵੇਂ ਚੈਪਟਰ ਮਤਲਬ ਯਸਾਇਆ ਦੀ 7ਵੀਂ ਜਿਹੜੀ ਆਇਤ ਆ ਉਹ ਪੂਰੀ ਹੋਣੀ ਸੀ, ਜਿਹਦੇ ਕਰਕੇ ਮਤਲਬ ਕਿਹਾ ਕਿ ਤੂੰ ਯਹੂਦੀਆਂ ਦਾ ਬਾਦਸ਼ਾਹ, ਕੋ ਬਾਦਸ਼ਾਹ ਕਹਿ ਕੇ ਉਹਨੂੰ ਬੁਲਾਉਣਗੇ, ਉਹ ਤਾਂ ਹੈ, ਤੇ ਉਹਨਾਂ ਨੇ ਆਪੇ ਕਿਹਾ ਹਨਾ। ਜਿਸ ਤਰ੍ਹਾਂ ਕਈ ਵਾਰੀ ਤੁਸੀਂ ਮੈਨੂੰ ਯਾਦ ਆਉਂਦਾ ਕਿ ਕਈ ਵਾਰੀ ਲੋਕੀ ਜਦ ਤੁਹਾਡੇ ਆਪਣੇ ਗੁੱਸਾ ਕਰਕੇ ਕਹਿੰਦੇ ਵੱਡੀ ਆਈ, ਉਹ ਵੱਡਾ ਹੁੰਦਾ ਤੁਹਾਨੂੰ ਕਹਿੰਦੇ ਵੱਡਾ, ਤੈਨੂੰ ਵੱਡਾ ਕਰਦੇ ਵੀ ਹੈ ਨਾ, ਜਾਂ ਏਦਾਂ ਕਹਿੰਦੇ ਬਾਹਰੋਂ ਆਈ ਹੈ ਨਾ, ਉਹ ਬਾਹਰੋਂ ਹੁੰਦਾ ਤੁਹਾਨੂੰ ਬਾਹਰੋਂ ਕਹਿੰਦੇ, ਪਰ ਉਹ ਪਰਸਨ ਸਮਝ ਨਹੀਂ ਸਕ ਰਹੇ ਹੁੰਦੇ ਕਿ ਉਹ ਐਕਚੁਅਲੀ ਉਹਨੂੰ ਹੋਰ ਵੀ ਵੱਡਾ ਕਰ ਰਹੇ ਹੁੰਦੇ, ਤੇ ਉਹ ਵੀ ਨਹੀਂ ਸਮਝ ਆਉਂਦਾ ਕਿ ਉਹ ਕੀ ਕਹਿ ਰਿਹਾ ਨਾ। ਇੱਥੇ ਅਸੀਂ ਹੁਣ ਦੇਖਦੇ ਹਾਂ ਕਿ ਉਹਨੂੰ ਕਹਿ ਰਹੇ ਕਿ ਯਹੂਦਾ ਦਾ ਬਾਦਸ਼ਾਹ, ਤੇ ਉਹ ਬਾਦਸ਼ਾਹ ਹੈ ਸੀ, ਉਹ ਸੀ, ਤੇ ਉਹਨਾਂ ਨੇ ਉਹਨੂੰ ਉਸ ਵੇਲੇ ਨਹੀਂ ਸਮਝਿਆ, ਪਰ ਉਹਨਾਂ ਨੇ ਉਹਨੂੰ ਆਪਣੇ ਚਿੱਤ ਤੋਂ ਉਹਦਾ ਮਤਲਬ ਬੜੇ ਮਜ਼ਾਕ ਬਣਾਇਆ, ਪਰ ਉਹ ਸੱਚੀ ਸੀ, ਤੇ ਉਹਨਾਂ ਦਾ ਮਜ਼ਾਕ ਆਖਿਰ ਉਦੋਂ ਬਣਿਆ ਜਦੋਂ ਜੀ ਉੱਠਿਆ। ਉਹਨੂੰ ਜਦੋਂ ਆਪਾਂ ਲਾਸਟ ਮੱਤੀ ਦਾ ਲਾਸਟ ਚੈਪਟਰ ਜਿਹੜਾ ਆਪਾਂ ਕੱਲ ਨੂੰ ਕਰਨਾ, ਆਪਾਂ ਉਹਨੂੰ ਉਹਦੇ ਚ ਦੇਖਣਾ ਹੈ ਹਨਾ, ਕਿ ਜਦੋਂ ਜੀ ਉੱਠਿਆ ਨਾ, ਤੇ ਆਪਣੇ ਲਈ ਜੋ ਹੁਕਮ ਹੈ ਉਹ ਵੀ ਦੇਖਣਾ ਹੈ ਨਾ। ਅਸੀਂ ਅੱਗੇ ਦੇਖਦੇ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਬਰੱਬਾ ਨੂੰ ਬਰਬਾਸ ਨੂੰ ਛੁਡਾਉਣਾ ਕਿ ਜੀਸਸ ਨੂੰ, ਅਸੀਂ ਦੇਖਦੇ ਕਿ ਮਤਲਬ ਦੇਖੋ ਉਹ ਕਿਸ ਤਰ੍ਹਾਂ ਜੀਸਸ ਨੂੰ ਛੁਡਾਉਣਗੇ, ਕਿਉਂਕਿ ਉਹਨਾਂ ਨੂੰ ਤਾਂ ਸਮਝ ਹੀ ਨਹੀਂ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕੌਣ ਹੈ, ਉਹਨਾਂ ਦੇ ਘਰ ਦੇ ਵਿੱਚ ਜੰਮੇ, ਤੇ ਕਿਸ ਤਰ੍ਹਾਂ ਪੂਰੀ ਹੋਣੀਆਂ ਸੀ ਉਹ ਜਿਹੜੀਆਂ ਕਹਿ ਹੋਏ ਕਥਨ ਹਨਾ। ਉਹਨਾਂ ਨੂੰ ਕਈ ਬਹੁਤ ਵਾਰੀ ਏਦਾਂ ਹੁੰਦਾ, ਤੁਹਾਨੂੰ ਨਹੀਂ ਪਤਾ ਤੁਹਾਡੇ ਘਰ ਦੇ ਵਿੱਚ ਕਿੰਨਾ ਪ੍ਰੈਸ਼ੀਅਸ ਬਲੱਡ ਆ ਤੁਰ ਫਿਰ ਰਿਹਾ ਹਨਾ, ਆਇਆ, ਤੁਹਾਨੂੰ ਨਹੀਂ ਪਤਾ ਹੁੰਦਾ। ਇੱਥੇ ਉਹਨਾਂ ਨੂੰ ਨਹੀਂ ਪਤਾ ਕਿ ਪ੍ਰੈਸ਼ੀਅਸ ਬਲੱਡ ਖੁਦਾਵੰਦ ਯਿਸੂ ਮਸੀਹ ਉਹਨਾਂ ਦੇ ਵਿੱਚ ਤੁਰ ਫਿਰ ਰਿਹਾ ਸੀ ਹਨਾ। ਇਸੇ ਤਰ੍ਹਾਂ ਨਾਲੇ ਫਿਰ ਕਿਸ ਤਰੀਕੇ ਦੇ ਨਾਲ ਕੁਰਬਾਨੀ ਤੱਕ ਪਹੁੰਚਣਾ ਸੀ, ਜਿਹੜੇ ਤੱਕ ਉਹ ਪਹੁੰਚੇ ਨਾ। ਫਿਰ ਮਤਲਬ ਸਾਨੂੰ ਇਹਦਾ ਅਸੀਂ ਅੱਗੇ ਜਾ ਕੇ ਦੇਖਦੇ ਹਾਂ ਕਿ ਜਿਹੜਾ ਤੰਗ ਦਰਵਾਜ਼ਾ ਅਤੇ ਖੁੱਲਾ ਦਰਵਾਜ਼ਾ, ਉਹਦੇ ਵਿੱਚ ਵੀ ਅਸੀਂ ਬਹੁਤ ਵਾਰੀ ਦੇਖਦੇ ਕਿ ਆਸਾਨ ਚੀਜ਼ਾਂ ਜਿਹੜੀਆਂ ਉਹ ਅਕਸਰ ਲੋਕੀ ਕਰ ਲੈ ਪੈਂਦੇ ਆ, ਜਿਹੜੀਆਂ ਔਖੀਆਂ ਚੀਜ਼ਾਂ ਨਹੀਂ ਕੀਤੀਆਂ ਜਾਂਦੀਆਂ। ਤੇ ਔਖਾ ਆਹੀ ਹੈਗਾ ਆ ਕਿ ਸੱਚ ਬੋਲਣਾ, ਹਮੇਸ਼ਾ ਹੀ ਸੱਚ ਦੇ ਉੱਤੇ ਤੁਰਦੇ ਰਹਿਣਾ, ਸ਼ਾਰਟਕਟਸ ਨਹੀਂ ਲੈਣੀਆਂ। ਐਂਡ ਇਹ ਚੀਜ਼ ਜਿਹੜੀ ਆ ਤੁਹਾਨੂੰ ਲੋਕਾਂ ਦੇ ਵਿੱਚ ਨਾ ਪਸੰਦ ਕੀਤਾ ਜਾਊਗਾ, ਲੋਕੀ ਤੁਹਾਨੂੰ ਪਸੰਦ ਨਹੀਂ ਕਰਨਗੇ, ਲੋਕੀ ਤੁਹਾਨੂੰ ਅਜੀਬ ਹਰਕਤਾਂ ਕਰਨਗੇ, ਪਰ ਉਹ ਰਸਤਾ ਹੀ ਜਿਹੜਾ ਹੈ ਉਹ ਨੈਰੋ ਵੇ ਆ, ਮਤਲਬ ਤੰਗ ਰਾਹ ਆ ਹਨਾ। ਤੇ ਜਿਹੜਾ ਸ਼ੌਹਰਤ ਭਾਲਣਾ ਹਰ ਵੇਲੇ, ਉਹ ਜਿਹੜਾ ਅਸੀਂ ਅੱਗੇ ਗੱਲ ਕੀਤੀ ਆ ਫੇਮ, ਉਹ ਖੁੱਲਾ ਰਾਹ ਆ ਹਨਾ। ਤੇ ਖੁਦਾ ਵੀ ਯਿਸੂ ਮਸੀਹ ਤੋਂ ਜ਼ਿਆਦਾ ਸ਼ੌਹਰਤ ਕੌਣ ਡਿਜ਼ਰਵ ਕਰਦਾ ਆ? ਕੋਈ ਵੀ ਡਿਜ਼ਰਵ ਨਹੀਂ ਕਰਦਾ। ਕੌਣ ਮਰਿਆ ਆ ਆਪਣੀ ਕੌਮ ਲਈ? ਕੌਣ ਜੀ ਉੱਠਿਆ ਦੁਬਾਰਾ 3 ਦਿਨਾਂ ਬਾਅਦ? ਇਸ ਕਰਕੇ ਕੌਣ ਡਿਜ਼ਰਵ ਕਰਦਾ ਉਨੀ ਸ਼ੌਹਰਤ? ਕੋਈ ਡਿਜ਼ਰਵ ਨਹੀਂ ਕਰਦਾ, ਕੋਈ ਵੀ ਉਨੀ ਸ਼ੌਹਰਤ ਡਿਜ਼ਰਵ ਨਹੀਂ ਕਰਦਾ। ਕਿਉਂਕਿ ਫਿਰ ਅਸੀਂ ਕਹਿੰਦੇ ਕਿ ਸ਼ੌਹਰਤ ਉਹਨੂੰ ਖੁਦਾ ਦਿੰਦਾ ਜਿਹਨੂੰ ਉਹ ਚਾਹੇ, ਪਰ ਜਿਹਨੂੰ ਉਹ ਕਈ ਵਾਰੀ ਅਸੀਂ ਸ਼ੌਹਰਤ ਦੇ ਇੰਨਾ ਪਿੱਛੇ ਭੱਜਦੇ ਹੁੰਦੇ, ਕੋਈ ਕਹਿੰਦਾ ਜਾ ਲੈ ਲਾ, ਜਾ ਦਫਾ ਉਹ ਲੈ ਜਾ, ਅਸੀਂ ਸਮਝ ਨਹੀਂ ਪਾਉਂਦੇ ਉਹ ਕਿਸ ਤਰੀਕੇ ਨਾਲ ਤੁਹਾਨੂੰ ਦੇ ਰਿਹਾ। ਪਰ ਜਿਹਨਾਂ ਨੂੰ ਬਹੁਤ ਪਿਆਰ ਕਰਦਾ ਉਹਨਾਂ ਨੂੰ
मुश्किल दे के भी अपने नाल रख दो, कहते नहीं नहीं नहीं, झूठे दे लालच मिठा ते मिठे दे लालच झूठा खादा जाना, सो इनू नाल रखो। समझना ਜਿਹੜਾ ਉਹਨੂੰ ਉਹ ਬਹੁਤ ਜ਼ਰੂਰੀ ਹੈ। ਇੱਥੇ ਸਮਝਦੇ ਕਿ ਜਿਹੜੇ ਡਰਟੀ ਹੱਥਾਂ ਦੇ ਉਹਨੇ ਧੋ ਦਿੱਤੇ ਆਪਣੇ ਖੂਨ ਵਾਲੇ ਹੱਥ, ਮਤਲਬ ਕਿਹੜੇ ਖੂਨ ਦੇ, ਤਾਂ ਯਿਸੂ ਮਸੀਹ ਦੇ ਹੱਥ ਉਹਦੇ ਖੂਨ ਦੇ ਨਾਲ ਪਵਿੱਤਰ ਨਹੀਂ ਹੋ ਰਹੇ ਸੀ, ਤਾਂ ਬਲਕਿ ਗੰਦੇ, ਉਹਨੂੰ ਗੰਦਾ ਲੱਗ ਰਿਹਾ ਸੀ ਆਪਣਾ, ਕਿਉਂਕਿ ਉਹਨੇ ਉਸ ਵਿੱਚੋਂ ਗੁਜ਼ਰਨਾ ਸੀ। ਸਾਡੇ ਖੂਨ ਜਿਹੜੇ ਸਾਡਾ, ਅਸੀਂ ਉਹਦੇ ਖੂਨ ਦੇ ਨਾਲ ਪਵਿੱਤਰ ਹੋਏ, ਉਹਦੇ ਖੂਨ ਨੂੰ ਪੀਂਦੇ, ਅਸੀਂ ਪਵਿੱਤਰਤਾ ਦੇ ਨਾਲ ਆਪਣੇ ਨੂੰ ਪਸੰਦ ਕਰਦੇ, ਪਰ ਉਸੇ ਦੇ ਖੂਨ ਦੇ ਨਾਲ ਉਹਦੇ ਹੱਥ ਗੰਦੇ ਸੀ ਤੇ ਉਹਨੇ ਧੋਤਾ ਉਹਨਾਂ ਨੂੰ। ਅੱਗੇ ਅਸੀਂ ਦੇਖਦੇ ਕਿ ਮਤਲਬ ਅਸੀਂ ਕਵਰ ਕਰ ਲਿਆ ਕਿ ਯਸਾਇਆ 53 ਦੇ ਵਿੱਚ ਜਿਹੜਾ ਕੁਛ ਕਿਹਾ ਹੈਗਾ ਸੀਗਾ, ਹਨਾ, ਕਿ ਜਿਹੜਾ ਅਸੀਂ ਦੇਖਦੇ ਕਿ ਜਿਹੜੇ ਸੋਲਜਰ ਮਤਲਬ ਜਿਹਦੇ ਕੰਨ ਨੂੰ ਉਹਨਾਂ ਨੇ ਵੱਢ ਦਿੱਤਾ ਸੀਗਾ ਤਲਵਾਰ ਦੇ ਨਾਲ ਤੇ ਖੁਦਾ ਯਿਸੂ ਨੇ ਜੋੜਿਆ, ਉਹਨਾਂ ਨੇ ਉਸ ਜਿਹੜੀ ਮੁਸ਼ਕਲ ਸਿਚੁਏਸ਼ਨ ਨੂੰ ਵੀ ਸੋਹਣੀ ਬਣਾ ਦਿੱਤਾ ਕਿ ਉਹਨੂੰ ਹੀਲ ਕਰਕੇ ਤੇ ਕਹਿੰਦਾ ਮੇਰਾ ਪਿਓ ਭੇਜ ਨਹੀਂ ਸੀ ਸਕਦਾ, ਜੇ ਚਾਹੁੰਦਾ ਤਾਂ ਭੇਜ ਸਕਦਾ ਸੀ, ਪਰ ਖੁਦਾ ਯਿਸੂ ਮਸੀਹ ਜਿਹੜਾ ਨਾ ਉਹ ਹਰ ਅਸੀਂ ਯਸਾਇਆ 50 ਦੀ 6ਵੀਂ ਆਇਤ ਦੇ ਵਿੱਚ ਇਹ ਦੇਖ ਸਕਦੇ ਹਾਂ ਕਿ ਉਹਨਾਂ ਦਾ ਸਫ਼ਰ ਕਰਨਾ ਜ਼ਰੂਰ ਸੀ, ਕਿ ਉਹਨਾਂ ਦੀ ਜਿਹੜੀ ਵਨਰੇਬਲ ਸਿਚੁਏਸ਼ਨ, ਮਤਲਬ ਫੈਰਾਜਾਈਲ ਹੋਣਾ, ਕਿ ਕਮਜ਼ੋਰ ਹੋਣਾ, ਵਨਰੇਬਲ ਹੋਣਾ, ਕਮਜ਼ੋਰ ਹੋਣਾ, ਉਹ ਇੱਕ ਹਿਊਮਨ ਨੇਚਰ ਜਿਹੜਾ ਕਿ ਇਨਸਾਨੀਅਤ ਦਾ ਫਲੈਸ਼ ਜਿਹੜਾ ਜਿਸਮ ਆ ਇਹ ਕਮਜ਼ੋਰ ਹੈਗਾ ਆ, ਆਹ ਦਿਖਾਉਣਾ ਜ਼ਰੂਰੀ ਸੀ ਕਿ ਕਮਜ਼ੋਰ ਜਿਸਮ ਜਿਹੜਾ ਹੈ ਉਸ ਵੇਲੇ ਜਦੋਂ ਉਹਨਾਂ ਨੂੰ ਕਿਸੇ ਹੋਰ ਨੂੰ ਉਹਨਾਂ ਦੀ ਭੰਨਿਆ ਟੁੱਟਿਆ ਜਿਹੜਾ ਉਹ ਜ਼ਰੂਰੀ ਸੀ, ਮਤਲਬ ਮਿੱਧਿਆ ਹੋਇਆ ਨਾ, ਬਹੁਤ ਜ਼ਰੂਰੀ ਸੀ। ਅਸੀਂ ਇੱਥੇ ਜਿਹੜਾ ਦੇਖਿਆ ਅਫਲਿਕਟਡ ਜਿਹਨੂੰ ਕਹਿੰਦੇ ਆ, ਕਿ ਇਸ ਤਰ੍ਹਾਂ ਨਾਲ ਹਰ ਤਰੀਕੇ ਦੀਆਂ ਸਿਚੁਏਸ਼ਨ ਵਿੱਚ ਨਾ, ਕਿਉਂਕਿ ਸਾਡੇ ਸਾਰੇ ਗੁਨਾਹਾਂ ਦੇ ਨਾਲ ਉਹ ਕਰਸ਼ਿਆ ਹੋਇਆ ਸੀ, ਹਨਾ। ਅਸੀਂ ਅੱਗੇ ਅਸੀਂ ਦੇਖਦੇ ਹੈਗੇ ਕਿ ਜਦੋਂ ਉਹਨਾਂ ਨੇ ਜਿਹੜੀ ਸਿਰਕੇ ਦੇ ਵਿੱਚ ਉਹਨਾਂ ਨੂੰ ਦਿੱਤੀ ਪਿੱਤ, ਹਨਾ, ਇਹ ਐਕਚੁਅਲੀ ਇੱਕ ਜੂਇਸ਼ ਜਿਹੜੀ ਹੈ ਰੀਤ ਆ ਕਿ ਉਹ ਜਦੋਂ ਕਿਸੇ ਨੂੰ ਸਲੇਵ ਦਿੱਤੀ ਜਾਂਦੀ ਸੀਗੀ ਤੇ ਉਹਨੂੰ ਇਹ ਉਹਨਾਂ ਦੀ ਆਪਣੀ ਉਹਨਾਂ ਦੀ ਕਲਚਰਲ ਡੀਡ ਸੀਗੀ ਜਿਹੜੀ ਉਹਨਾਂ ਨੇ ਕੀਤੀ, ਹਨਾ, ਕਿ ਇਹ ਨਹੀਂ ਕਿ ਜ਼ਰੂਰਤ ਸੀ ਹੁੰਦੀ ਆ ਕਿਸੇ ਨੂੰ ਵੀ, ਜਦੋਂ ਕੋਈ ਪਰਸਨ ਦੀ ਡੈਥ ਹੁੰਦੀ ਹੈ ਜਦ ਤੁਸੀਂ ਕਿ ਉਹਨੂੰ ਉਹ ਦਿੱਤਾ ਜਾਂਦਾ, ਨਹੀਂ, ਇਹ ਉਹਨਾਂ ਨੇ ਆਪਣੀ, ਕਿਉਂਕਿ ਉਹ ਕ੍ਰੂਸੀਫਿਕੇਸ਼ਨ ਦੇ ਵੇਲੇ ਉਹ ਆਪਣੀ ਰੀਤ ਪੂਰੀ ਕਰ ਰਹੇ ਜਿਹੜੀ ਖੁਦਾ ਯਿਸੂ ਮਸੀਹ ਉਹਨਾਂ ਦੀ ਰੀਤ ਲਈ ਥੋੜਾ ਕੁਰਬਾਨ ਹੋਇਆ, ਜਿਸ ਕਰਕੇ ਉਹਨਾਂ ਨੇ ਉਹਨੂੰ ਰਿਫਿਊਜ਼ ਕੀਤਾ, ਹਨਾ। ਜਦੋਂ ਉਹਨਾਂ ਨੇ ਉਹਨਾਂ ਦੇ ਗੁਣਾ ਪਾਇਆ ਉਹਨਾਂ ਦੇ ਬਸਤਰਾਂ ਉੱਤੇ, ਅਸੀਂ ਇਹਨੂੰ ਵੀ ਜ਼ਬੂਰ 22 ਦੀ 18 ਚ ਦੇਖ ਸਕਦੇ ਹਾਂ ਕਿ ਉਹ ਮੇਰੇ ਕੱਪੜਿਆਂ ਉੱਤੇ ਗੋਲੇ ਪਾਉਣਗੇ। ਉਹ ਦਾਊਦ ਨੇ ਥੋੜੋ ਕੱਪੜਿਆਂ ਉੱਤੇ ਗੋਲੇ ਪਾਏ ਜਾਣੇ, ਇਹ ਖੁਦਾ ਯਿਸੂ ਮਸੀਹ ਦੀ ਗੱਲ ਹੋਈ ਸੀ ਜਦੋਂ ਉਹ ਕਹਿੰਦਾ ਸੀਗਾ ਪ੍ਰਭੂ ਨੂੰ, ਜਿੰਨਾ ਚਿਰ ਮੈਂ ਤੇਰੇ ਵੈਰੀਆਂ ਨੂੰ ਮਤਲਬ ਤੇਰੇ ਪੈਰਾਂ ਦੀ ਚੌਂਕੀ ਉਹਨਾਂ ਨੂੰ ਬਣਾ ਦਿਆਂ, ਹਨਾ, ਪ੍ਰਭੂ ਨੇ ਕਿਹਾ ਤੇ ਉਹਨੂੰ ਜਿਹੜਾ 22ਵਾਂ ਜ਼ਬੂਰ ਹੈ ਉਹਦੇ ਵਿੱਚ ਉਹਨਾਂ ਦੇ ਕੱਪੜਿਆਂ ਦਾ ਗੋਲੇ ਪਾਉਣ ਦਾ ਜ਼ਿਕਰ ਹੈਗਾ, ਤੁਸੀਂ ਲੱਭ ਸਕਦੇ ਹੋ। ਫਿਰ ਜਦੋਂ ਤੁਸੀਂ ਇਹਦੀ 40ਵੀਂ ਤੋਂ ਲੈ ਕੇ 43ਵੀਂ ਆਇਤ ਦੇ ਵਿੱਚ ਦੇਖਦੇ ਆ ਕਿ ਜਿਹੜੇ ਚੀਫ ਮਤਲਬ ਹੈਗੇ ਆ ਸਕ੍ਰਾਈਬਸ ਜਿਹੜੇ ਉਹ ਜਿਹੜੀ ਗਲੇਸ਼ੀਅਨ ਗਲਤੀਆਂ ਦੇ ਤੀਸਰੇ ਚੈਪਟਰ 13ਵੀਂ ਆਇਤ ਦੇ ਵਿੱਚ ਵੀ ਸਾਨੂੰ ਮਤਲਬ ਇਹ ਸਾਰਾ ਲੱਭਦਾ ਕਿ ਉਹਨਾਂ ਨੇ ਇਕੱਲਿਆਂ ਹੀ ਉਹ ਸਫਰ ਕਰਨਾ ਸੀ, ਸਫਰਿੰਗ ਚੋਂ ਲੰਘਾਉਣਾ ਸੀ, ਉਹ ਪ੍ਰਾਈਸ ਪੇ ਕਰਨੀ ਸੀ ਸਾਡੇ ਸਾਰਿਆਂ ਦੇ ਗੁਨਾਹਾਂ ਲਈ, ਸਾਡੀ ਮੁਕਤੀ ਲਈ, ਜਿਹੜੀ ਕਿ ਉਹਨਾਂ ਨੇ ਕੀਤੀ। ਜਦੋਂ ਉਹ ਕਹਿੰਦੇ ਕਿ ਮੈਂ ਇਕੱਲਾ ਮਤਲਬ ਜਦੋਂ ਫਾਦਰ ਪੁਕਾਰਦੇ ਆ ਉਦੋਂ ਉਹਨਾਂ ਦਾ ਆਹ ਕ੍ਰੋਸ ਦੀ ਤੇ ਜਦੋਂ ਪ੍ਰੇ ਵੀ ਕਰ ਰਹੇ ਆ, ਮਤਲਬ ਉਹ ਜਦੋਂ ਉਹ ਇੱਕ ਤਰ੍ਹਾਂ ਜੋ ਕਹਿੰਦੇ ਕਿ ਧੋਂਦੀ ਜਗਤ ਦੇ ਪਾਪ ਮੈਂ ਕਹਿਣਾ ਖੁਦ ਪਲੀਤ ਹੋ ਗਈ, ਮਤਲਬ ਉਹ ਜਦੋਂ ਇੱਕ ਸ਼ਰਾਬ ਬਣ ਜਾਂਦੇ ਆ ਨਾ, ਉਹ ਸਾਨੂੰ ਸਾਡੇ ਲਈ ਉਹ ਸਾਨੂੰ ਦੂਜੇ ਕੁਰਿੰਥੀਆਂ ਦੇ 5ਵੇਂ ਚੈਪਟਰ ਦੀ 21ਵੀਂ ਆਇਤ ਦੇ ਵਿੱਚ ਤੇ ਗਲੇਸ਼ੀਅਨ ਤੀਸਰੇ ਦੀ 13ਵੀਂ ਆਇਤ ਦੇ ਵਿੱਚ ਸਾਨੂੰ ਉਹ ਮਿਲਦਾ ਆ, ਜਿਹਦੇ ਬਾਰੇ ਚ ਪਹਿਲਾਂ ਹੀ ਦਾਊਦ ਨੇ ਮਤਲਬ ਪ੍ਰੋਫੈਸੀ ਕਰ ਦਿੱਤੀ ਹੋਈ ਆ ਖੁਦਾ ਯਿਸੂ ਮਸੀਹ ਤੇ ਇੰਨਾ ਵੱਡਾ ਜਿਹੜਾ ਐਗਨੀ ਪਹਾੜ ਟੁੱਟਣਾ ਆ, ਐਂਡ ਫਿਰ ਕਿਸ ਤਰ੍ਹਾਂ ਦੀ ਮੌਤ ਉਹਨਾਂ ਨੇ ਮਤਲਬ ਜੀਣੀ ਆ, ਕਿਸ ਤਰ੍ਹਾਂ ਦੀ ਮੌਤ ਵਿੱਚ ਉਹਨਾਂ ਨੇ ਗੁਜ਼ਰਨਾ, ਹਨਾ, ਇਹ ਸਾਨੂੰ ਪੂਰਾ ਉਹਦੇ ਵਿੱਚ ਮਿਲਦਾ, ਹਨਾ। ਐਂਡ ਇਸ ਤੋਂ ਫਿਰ ਜਦੋਂ ਉਹ ਆਪਣੀ ਰੂਹ ਜਿਹੜੀ ਆ ਉਸ ਵੇਲੇ ਕਹਿ ਰਹੇ ਕਿ ਉਸ ਵੇਲੇ ਦੀ ਸਿਚੁਏਸ਼ਨ ਜਿਹੜੀ ਸਾਨੂੰ ਸਾਰਿਆਂ ਨੂੰ ਸਮਝ ਪੈਂਦੀ ਹੈ ਕਿ ਕਿਸ ਤਰ੍ਹਾਂ ਪਰਦਾ ਜਦੋਂ ਉਹਨਾਂ ਦੀ ਯਹੋਨਾ 10ਵੇਂ ਦੀ 17ਵੇਂ ਵਿੱਚ ਵੀ ਦੇਖ ਸਕਦੇ ਕਿ
कि जिहड़ा एम्बिशन सी भाव जिहड़ा उन्होंने जिम्मेवारी दी गई सी उन्होंने अपने ते लई लैके दुनिया से आए मैरी दे पेट दे विच उन्होंने मतलब जन्म लिया रूह दी मदद दे नाल एंड ਅਸੀਂ देखते कि वो मिशन जिहड़ा उन्हों दा पूरा होया एंड ये ਅਸੀਂ गॉस्पेल जो 10वें चैप्टर ਦੀ 7वें अध्याय ਵਿੱਚ एग्जैक्टली जो उन्होंने रूह दी वापस के मैं अपनी रूह सौंपदा वो पूरा हुंदा ਅਸੀਂ ਇਹਦੀ 51 ਜਿਹੜੀ 1ਵੀਂ आयत ਦੇ ਵਿੱਚ ਅਸੀਂ ਦੇਖ ਲੈਂਦੇ ਜਦੋਂ ਉਹ ਪਰਦਾ ਫਟਿਆ ਐਂਡ ਉਹ ਸਾਡੇ ਵਾਸਤੇ ਪਰਦਾ ਫਟਿਆ ਕਿ ਅਸੀਂ ਉਹਦੇ ਵਿੱਚੋਂ ਦੀ ਲੰਘ ਕੇ ਅਸੀਂ ਖੁਦਾ ਦੇ ਨਾਲ ਆਪਣਾ ਜਿਹੜਾ ਰਾਬਤਾ ਕਾਇਮ ਕਰ ਸਕੀਏ ਇਹ ਸਾਡੇ ਲਈ ਹੋਇਆ ਸਾਡੇ ਲਈ ਕੀਤਾ ਇਸ ਨੂੰ ਇਬਰਾਨੀ ਦੇ 9ਵੇਂ ਚੈਪਟਰ ਦੀ 6ਵੀਂ ਆਇਤ ਦੇਖ ਸਕਦੇ 10ਵੀਂ ਦੀ 19ਵੀਂ ਤੇ 22ਵੀਂ ਆਇਤ ਦੇਖ ਸਕਦੇ ਕਿ ਸਾਡੇ ਵਾਸਤੇ ਕਿੱਡਾ ਵੱਡਾ ਉਸ ਤੋਂ ਪਹਿਲੇ ਕੀ ਸੀ ਕਿ ਕਿਸ ਤਰ੍ਹਾਂ ਮਤਲਬ ਜਿਹੜੇ ਪ੍ਰੀਸਟ ਆ ਉਹਨਾਂ ਨੂੰ ਉਹ ਸਿਰਫ ਜਾ ਸਕਦੇ ਸੀ ਤਾਂ ਉਹਨਾਂ ਨੂੰ ਰੱਸੀ ਨਾਲ ਫੜ ਕੇ ਖਿੱਚਿਆ ਜਾਂਦਾ ਸੀ ਕਿਉਂਕਿ ਜੇ ਉਹ ਉਹਨਾਂ ਦੀ ਕੋਈ ਉਨਤਾਈ ਵਿੱਚੋਂ ਹੋਣਗੇ ਤੇ ਉਹ ਉੱਥੇ ਹੀ ਨਹੀਂ ਸੀ ਫੇਸ ਕਰ ਸਕਦੇ ਤੇ ਉਹ ਉੱਥੇ ਹੀ ਮਰ ਜਾਂਦੇ ਸੀ ਹਨਾ ਐਂਡ ਫਿਰ ਜਿਹੜੇ ਮੈਨੂੰ ਤਾਂ ਅਸੀਂ ਡਿਸਕਸ ਕਰਕੇ ਹਟੇ ਆ ਮਤਲਬ ਯੂਸਫ ਮਰਥਿਆ ਦੀ ਜਿਹੜੀ ਉਸ ਦੇ ਵਿੱਚ ਅਸੀਂ ਦੇਖਦੇ ਕਿ ਪਹਿਲੇ ਕੁਰੰਥੀਆਂ ਦੇ 15ਵੇਂ ਚੈਪਟਰ ਦੀ ਤੀਸਰੀ ਤੋਂ ਲੈ ਕੇ 6ਵੀਂ ਆਇਤ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਕਬਰ ਹੈ ਉਹਦੀ ਰਾਖੀ ਲਈ ਕਿਹਾ ਗਿਆ ਉਹਨੂੰ ਸਿਕਿਉਰ ਕੀਤਾ ਗਿਆ ਪਰ ਕਿਹੜੀ ਕਬਰ ਦੇ ਵਿੱਚ ਉਹਨਾਂ ਨੇ ਬੈਠਣਾ ਸੀ ਇਹਦਾ ਪੜਿਆ 62ਵੇਂ ਤੋਂ ਲੈ ਕੇ 66ਵੇਂ ਚੈਪਟਰ ਦੀ 62ਵੇਂ ਆਇਤ ਤੋਂ ਲੈ ਕੇ 66ਵੇਂ ਆਇਤ ਦੇ ਵਿੱਚ ਕਿ ਐਕਚੁਅਲੀ ਮਤਲਬ ਉਹਨਾਂ ਦੀ ਕਬਰ ਖਾਲੀ ਹੋਣੀ ਸੀ ਐਂਡ ਜਿਹੜੀ ਕਬਰ ਦੇ ਵਿੱਚ ਰੱਖਿਆ ਜਾਂਦਾ ਸੀ ਉਹਨੇ ਖਾਲੀ ਹੀ ਦਿਖਣਾ ਸੀ ਹਨਾ ਇਹ ਉਹਦਾ ਸਾਨੂੰ ਮਿਲ ਗਿਆ ਐਂਡ ਅਸੀਂ ਇਹ ਕੰਪਲੀਸ਼ਨ ਤੇ ਪਹੁੰਚੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਨਾ ਵਧਾਈ ਦਿੰਦੀ ਆ ਕਿ ਅਸੀਂ ਅੱਜ ਮਤਲਬ ਇਹਨੂੰ ਆਲਮੋਸਟ ਪੂਰਾ ਕਰ ਲਿਆ ਕੱਲ ਨੂੰ ਅਸੀਂ 28ਵਾਂ ਚੈਪਟਰ ਜਿਹੜਾ ਹੈ ਤੁਸੀਂ ਮੇਰੇ ਨਾਲ ਹੋ ਤੇ ਅਸੀਂ ਉਹ ਫਿਰ ਦੇਖਾਂਗੇ ਹੁਣ ਤੁਹਾਨੂੰ ਸਾਰਿਆਂ ਦੇ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਖੁਦਾ ਦੇ ਕੇ ਰੱਖਦੀਆਂ ਤਾਂ ਕਿ ਤੁਸੀਂ ਉਹਦੇ ਵਚਨਾਂ ਦੇ ਨਾਲ ਆਪਣੇ ਆਪ ਨੂੰ ਭਰਦੇ ਰਹੋ ਐਂਡ ਤੁਸੀਂ ਆਪਣੇ ਆਪ ਨੂੰ ਉਹਦੇ ਹਵਾਲੇ ਕਰਦੇ ਰਹੋ ਐਂਡ ਤੁਸੀਂ ਜਿਹੜੇ ਸ਼ੈਤਾਨ ਨੂੰ ਸੂਲੀ ਤੇ ਟੰਗਦੇ ਰਹੋ ਸ਼ੈਤਾਨ ਦੇ ਖਿਆਲਾਂ ਨੂੰ ਹਮੇਸ਼ਾ ਸੂਲੀ ਤੇ ਚੜਾਉਂਦੇ ਰਹੋ ਤੇ ਉਹਦੇ ਨਾਲ ਆਪਣਾ ਰਿਸ਼ਤਾ ਜਿਹੜਾ ਕਿ ਪਰਦਾ ਫਟ ਗਿਆ ਉਹਦੇ ਰਾਹੀਂ ਅਪਣਾਉਂਦੇ ਰਹੋ ਹਾਲੇਲੂਇਆ ਹਾਲੇਲੂਇਆ हम तेरे पाप तो आज दिस वचन तेरा शुक्र करते हैं धन्यवाद करते हैं इस बाइबल स्टडी हम ऐसे तरह तेरे नाल जुड़े रहिए खुदावंद अपने आप ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ तेरे पाक होने ਦੇ ਵਿੱਚ ਲੁਕਾਉਣੀ ਹੈ खुदावंद तेरी मर्जी ਦੇ ਮੁਤਾਬਿਕ ਇਸ ਵਚਨ ਨੂੰ खुदावंद ਜਿਹੜੇ ਕੰਪਲੀਟ ਤੇ ਤੇਰਾ ਸ਼ੁਕਰ ਕਰਦੇ ਹਾਂ ਉੱਚੇ ਸੁੱਚੇ ਸਿੰਦਾ ਜਲਾਲੀ ਯਿਸੂ ਨਾਸਰਤ ਵਿੱਚ ਥੈਂਕ ਯੂ ਜੈ ਮਸੀਹ ਦੀ ਹਰਸ਼ਾ ਮਸੀਹ ਦੀ ਤੁਸੀਂ ਦੇ ਕੁਲਵਿੰਦਰ ਮੈਂ ਮਸੀਹ ਦੀ ਪਾਸਦੇ ਰਹੋ ਵਾਸਤੇ ਰਹੋ ਕਲਾਮ ਨੂੰ ਆਪਣੇ ਅੰਦਰ ਰੱਖਦੇ ਰਹੋ ਆਮੀਨ ਆਮੀਨ